किसान मजदूर एकता जिंदाबाद, किसान किसानी जिंदाबाद। ਸਾਨੂੰ ਇਹ ਲੜਾਈ ਲੜਨੀ ਪੈਣੀ ਆ। ਪਹਿਲਾਂ ਅਸੀਂ ਆਪਣੇ ਹਿੱਸੇ ਦਾ ਯੋਗਦਾਨ ਦੇ ਵਿੱਚ ਪਾਈਏ। ਕਿਸਾਨਾਂ ਕੋਲ ਤਾਂ ਸਿਰਫ ਜ਼ਮੀਨਾਂ ਹੁੰਦੀਆਂ ਉਹਨਾਂ ਦੀਆਂ, ਹੋਰ ਤਾਂ ਉਹਨਾਂ ਕੋਲੇ ਕੀ ਆ? ਜੇ ਉਹੀ ਖੋਲੀਆਂ ਉਹਨਾਂ ਕੋਲੇ ਹੋਰ ਕੁਝ ਨਹੀਂ ਰਹਿਣਾ। ਤੁਸੀਂ ਕਿਸਾਨੀ ਨਾਲ ਬੈਕਗ੍ਰਾਉਂਡ ਤੁਹਾਡਾ ਹੈਗਾ ਜਾਂ ਨਹੀਂ ਹੈਗਾ? ਆਰਟਿਸਟਾਂ ਨੇ ਇਸ ਮੈਟਰ ਨੂੰ ਇੰਨਾ ਜ਼ਿਆਦਾ ਕਿਉਂ ਉਛਾਲਿਆ? ਬਿਕਾਜ਼ ਸਾਡੀ ਜਿਹੜੀ ਰੋਟੀ ਹੈ ਜੀ ਉਹਨਾਂ ਕਰਕੇ ਚੱਲ ਰਹੀ ਹੈ। ਗਵਰਨਮੈਂਟ ਦਾ ਬਾਈਕਾਟ ਕਰ ਦਿਓ, ਸੈਲੀਬ੍ਰਿਟੀਆਂ ਦਾ ਬਾਈਕਾਟ ਕਰ ਦਿਓ, ਨਹੀਂ ਤਾਂ ਬਾਈ ਬੇੜਾ ਗਰਕ ਹੋ ਜਾਊਗਾ ਸਾਰੇ ਕਾਸੇ ਦਾ। ਭਾਵੇਂ ਹਰਿਆਣਾ ਹੈ, ਭਾਵੇਂ ਪੰਜਾਬ ਹੈ, ਭਾਵੇਂ ਕੋਈ ਵੀ ਹੈ। ਇਹ ਜਿਹੜੇ ਧਨਾਟ ਲੋਕ ਨੇ ਉਹ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ। ਮੇਰਾ ਵੀਰ ਸਾਰਿਆਂ ਨੂੰ ਬੇਨਤੀ ਆ, ਪਲੀਜ਼ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਧੜੇਬਾਜ਼ੀ ਛੱਡ ਦਿਓ ਬਾਈ। ਪਿੰਡੋਂ ਪਿੰਡੋਂ ਪੰਚਾਇਤੋਂ ਸਾਰੇ ਇੱਕ ਝੰਡਾ ਜ਼ਰੂਰੀ ਹੈ ਬਾਈ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਨਾਲੇ ਜਦੋਂ ਵੀ ਕਿਤੇ ਧੱਕਾ ਹੁੰਦਾ ਹੋਵੇ ਉਹਦੇ ਤੇ ਹਾਂ ਦਾ ਨਾਰਾ ਮਾਰਨਾ ਜਿਹੜਾ ਜੀ ਉਹ ਹਰ ਪੰਜਾਬੀ ਦਾ, ਹਰ ਭਾਰਤੀ ਦਾ ਫਰਜ਼ ਆ। ਇਨਕਲਾਬੀਆਂ ਦੇ ਸਿਰ ਤੇ ਹੀ ਤਾਂ ਦੇਸ਼ ਬਣਦੇ ਨੇ, ਇਨਕਲਾਬੀਆਂ ਦੇ ਸਿਰ ਤੇ ਹੀ ਤਾਂ ਦੇਸ਼ ਬਣਦੇ ਨੇ, ਸੱਚੇ ਬੋਲ ਹੀ ਤਾਂ ਉਪਦੇਸ਼ ਬਣਦੇ ਨੇ। ਫਾਂਸੀ ਚੜ੍ਹ ਕੇ ਹੀ ਵਤਨ ਬਚਾਇਆ ਜਾਂਦਾ ਹੈ, ਫਾਂਸੀ ਚੜ੍ਹ ਕੇ ਹੀ ਵਤਨ ਬਚਾਇਆ ਜਾਂਦਾ ਹੈ, ਕੱਲੇ ਚਰਖੇ ਕੱਤਣ ਨਾਲ ਤਾਂ ਖੇਸ ਬਣਦੇ ਨੇ। ਦੋਸਤੋ, ਇਹ 17 ਸਨ ਭਗਤ ਸਿੰਘ ਨੂੰ ਲਿਖਿਆ ਹੋਈਆਂ ਡੈਡੀਕੇਟਡ। ਭਗਤ ਸਿੰਘ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਕਰਵਾਇਆ ਸੀ, ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਆਪਣੀ ਸ਼ਹਾਦਤ ਦਿੱਤੀ। ਉਸ ਵਕਤ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਕੁਝ ਅਜਿਹਾ ਹੋਏਗਾ। ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਦੇਸ਼ ਦੀਆਂ ਵੰਡੀਆਂ ਪੈਣਗੀਆਂ। ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਆਜ਼ਾਦੀ ਦੇ 73 ਸਾਲ ਬਾਅਦ ਵੀ ਦੇਸ਼ ਦੇ ਵਿੱਚ ਜਿਹੜੀਆਂ ਮੂਲ ਸੁਵਿਧਾਵਾਂ ਨੇ, ਰੋਟੀ, ਕੱਪੜਾ ਤੇ ਮਕਾਨ, ਉਹਦੇ ਲਈ ਲੋਕ ਤਰਸਣਗੇ। ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਹਰ ਰੋਜ਼ ਉੱਥੇ ਪ੍ਰੋਟੈਸਟ ਹੋਣਗੇ। ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਭਾਵੇਂ ਨਾਰਾ ਲੱਗੂਗਾ, ਪਰ ਦੋਵਾਂ ਦੀ ਹੀ ਜਿਹੜੀ ਆ ਦੁਰਦਸ਼ਾ ਹੋਏਗੀ। ਜਵਾਨਾਂ ਨੂੰ ਬਾਰਡਰ ਦੇ ਉੱਤੇ ਸ਼ਹੀਦ ਕਰਨ ਲਈ ਭੇਜ ਦਿੱਤਾ ਜਾਂਦਾ, ਪਰ ਉਹਨਾਂ ਨੂੰ ਜਿਹੜੀਆਂ ਮੇਨ ਬੇਸਿਕਸ ਫੈਸਿਲਿਟੀਜ਼ ਨੇ ਉਹ ਨਹੀਂ ਮਿਲਦੀਆਂ, ਜਿਹਦੇ ਬਾਰੇ ਪਿੱਛੇ ਜੇ ਅਸੀਂ ਦੇਖਿਆ ਸੀ ਕਿ ਕੁਝ ਸਾਡੇ ਸਿਪਾਹੀਆਂ ਨੇ ਜਦੋਂ ਐਵੇਂ ਦੀਆਂ ਵੀਡੀਓਜ਼ ਪਾਈਆਂ ਸੀ ਤਾਂ ਉਹ ਕਾਫੀ ਜ਼ਿਆਦਾ ਚਰਚਾ ਵਿੱਚ ਆਏ ਸੀ। ਦੂਸਰੀ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨ ਵੀ ਕੋਈ ਬਹੁਤੀ ਚੰਗੀ ਹਾਲਤ ਵਿੱਚ ਨਹੀਂ ਹੈਗੇ। ਅੱਜ ਅਸੀਂ ਦੇਖ ਸਕਦੇ ਹਾਂ ਕਿ ਸਰਕਾਰਾਂ ਕਿਸ ਪ੍ਰਕਾਰ ਦੇ ਨਾਲ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀਆਂ ਨੇ। ਰਾਤੋਂ ਰਾਤ ਬਿੱਲ ਪਾਸ ਹੋ ਜਾਂਦੇ ਨੇ, ਰਾਤੋਂ ਰਾਤ ਰਾਸ਼ਟਰਪਤੀ ਦੇ ਵੀ ਹਸਤਾਖਰ ਕਰ ਲਏ ਜਾਂਦੇ ਨੇ। ਸੋ ਇਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਵੀ ਵਿਕ ਚੁੱਕੀਆਂ ਨੇ, ਵੱਡੇ ਵੱਡੇ ਘਰਾਣਿਆਂ ਦੇ ਹੱਥੋਂ ਵਿਕ ਚੁੱਕੀਆਂ ਨੇ। ਸੋ ਇਸ ਮੌਕੇ ਤੇ ਜਦੋਂ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ, ਖਾਸ ਤੌਰ ਤੇ ਪੰਜਾਬ, ਹਰਿਆਣਾ, ਯੂਪੀ ਦੇ ਕੁਝ ਹਿੱਸਿਆਂ ਵਿੱਚ ਪ੍ਰੋਟੈਸਟ ਹੋ ਰਿਹਾ ਹੈ, ਕਿਸਾਨ ਆਪਣੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਸਰਕਾਰ ਇਹ ਨਾ ਭੁੱਲੇ ਕਿ ਵਿਦੇਸ਼ਾਂ ਵਿੱਚ ਜੋ ਭਾਰਤੀ ਰਹਿੰਦੇ ਨੇ, ਖਾਸ ਤੌਰ ਤੇ ਜੋ ਪੰਜਾਬੀ ਰਹਿੰਦੇ ਨੇ, ਉਹਨਾਂ ਦੇ ਦਿਲਾਂ ਵਿੱਚ ਪੰਜਾਬ ਅੱਜ ਵੀ ਵਸਦਾ ਹੈ। ਵਤਨ ਤੋਂ ਚਾਹੇ ਉਹ ਬਹੁਤ ਦੂਰ ਬੈਠੇ ਨੇ, ਪਰ ਅੱਜ ਵੀ ਉਹਨਾਂ ਦੇ ਪਰਿਵਾਰ ਪਿੱਛੇ ਨੇ ਤੇ ਉਹਨਾਂ ਦਾ ਪਿਛੋਕੜ ਵੀ ਕਿਸਾਨੀ ਨਾਲ ਸੰਬੰਧਿਤ ਰਿਹਾ ਹੈ। ਕਿਸਾਨੀ ਨਾਲ ਸੰਬੰਧਿਤ ਨਾ ਵੀ ਹੋਵੇ, ਇਸ ਦੇਸ਼ ਦਾ ਅਨਾਜ ਖਾਦਾ ਹੈ, ਇਸ ਦੇਸ਼ ਦਾ ਅੰਨ ਖਾਦਾ ਆ। ਸੋ ਅੰਨਦਾਤਾ ਨੂੰ ਮਰਨ ਲਈ ਕੋਈ ਵੀ ਨਹੀਂ ਛੱਡ ਸਕਦਾ। ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਵਕਤ ਕਿਸਾਨਾਂ ਦੇ ਹੱਕ ਵਿੱਚ ਬਹੁਤ ਪ੍ਰੋਟੈਸਟ ਹੋ ਰਹੇ ਨੇ। ਗੱਲ ਕਰੀਏ ਅਸੀਂ ਆਸਟ੍ਰੇਲੀਆ ਦੀ, ਅਮਰੀਕਾ ਦੀ, ਯੂਕੇ ਦੀ, ਉੱਥੋਂ ਤਾਂ ਪ੍ਰੋਟੈਸਟ ਦੀਆਂ ਕਾਫੀ ਵੀਡੀਓਜ਼ ਤੁਸੀਂ ਦੇਖਿਆ ਹੀ ਹੋਣੀਆਂ। ਅੱਜ ਕੈਨੇਡਾ ਵਿੱਚ ਵੀ, ਮਿਨੀ ਪੰਜਾਬ ਕਹੇ ਜਾਂਦੇ ਬਰੈਂਪਟਨ ਦੇ ਵਿੱਚ ਅਸੀਂ ਦੇਖਿਆ ਕਿ ਪ੍ਰੋਟੈਸਟ ਹੋਏ ਕਿਸਾਨਾਂ ਦੇ ਫੇਵਰ ਦੇ ਵਿੱਚ। ਨਾਲ ਹੀ ਭਾਰਤ ਦੀ ਕੇਂਦਰ ਸਰਕਾਰ ਨੂੰ ਵੀ ਲਤਾੜਿਆ ਤੇ ਇਹ ਵੀ ਕਿਹਾ ਗਿਆ ਕਿ ਜਦ ਤੱਕ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਨਹੀਂ ਪੈਂਦੀ ਤਦ ਤੱਕ ਇਹ ਪ੍ਰੋਟੈਸਟ ਜਾਰੀ ਰਹਿਣਗੇ। ਸੋ ਤੁਹਾਨੂੰ ਦਿਖਾਉਂਦੇ ਆ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀ, ਖਾਸ ਤੌਰ ਤੇ ਪੰਜਾਬੀਆਂ ਦੇ ਦਿਲਾਂ ਵਿੱਚ ਭਾਰਤ ਸਰਕਾਰ ਨੂੰ ਲੈ ਕੇ ਕਿੰਨਾ ਕੁ ਗੁੱਸਾ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਦੇ ਹਾਂ ਦਾ ਨਾਰਾ ਕਿਸ ਤਰੀਕੇ ਨਾਲ ਮਾਰਿਆ। ਸੋ ਅੱਜ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੀਤੀ ਜਾ ਰਹੀ ਹੈ ਬਰੈਂਪਟਨ ਦੇ ਵਿੱਚ। ਆਪਾਂ ਗੱਲਬਾਤ ਕਰਦੇ ਹਾਂ ਮਿਸਟਰ ਸਿੱਧੂ ਨਾਲ। ਬਹੁਤ ਬਹੁਤ ਸਵਾਗਤ ਹੈ ਹਮਦਰਦ ਮੀਡੀਆ ਗਰੁੱਪ। ਥੈਂਕ ਯੂ ਵੈਰੀ ਮੱਚ ਜੀ, ਔਰ ਮਿਹਰਬਾਨੀ ਤੁਹਾਡੀ, ਔਰ ਤੁਸੀਂ ਪਹੁੰਚੇ ਔਰ ਤੁਸੀਂ ਵੀ ਆਪਣਾ ਫਰਜ਼ ਸਮਝਿਆ। ਜਿਵੇਂ ਹਰ ਇੱਕ ਕਿਸਾਨ ਆ ਜਿਹੜਾ ਦੁਨੀਆ ਭਰ ਦੇ ਵਿੱਚ ਵਸਦਾ ਔਰ ਜਿਹਦੀ ਜ਼ਮੀਨ ਆ ਔਰ ਜਾਂ ਜ਼ਮੀਨ ਦੇ ਨਾਲ ਰਿਲੇਟਡ ਆ, ਉਹਨੂੰ ਦੁੱਖ ਆ ਇਸ ਬਿੱਲ ਦਾ, ਕਿਉਂਕਿ 70% ਕਿਸਾਨ ਆ ਜਿਹੜੇ ਉਹ ਕਿਸੇ ਕੋਲ 2 ਕਿੱਲੇ ਆ, ਕਿਸੇ ਕੋਲ 4 ਕਿੱਲੇ ਆ, ਕਿਸੇ ਕੋਲ 5 ਕਿੱਲੇ ਆ। ਜਿਹੜੀ ਇਹ ਸਾਡੀ ਜਿਹੜੀ ਜ਼ਮੀਨ ਆ, ਜਿਹਨੂੰ ਅਸੀਂ ਮਾਂ, ਦੂਸਰੀ ਜਿਹੜੀ ਮਾਂ ਸਮਝਦੇ ਹਾਂ, ਉਸ ਨੂੰ ਕਿਸੇ ਦੇ ਹੱਥੀਂ ਦਿੱਤਾ ਜਾ ਰਿਹਾ ਤੇ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਤੇ ਇਸ ਕਰਕੇ ਵੀ ਅਸੀਂ ਜਿਹੜੇ ਆ ਸਾਰੇ ਇਕੱਠੇ ਹੋਏ ਆ ਔਰ ਇਨਸਾਫ ਆ ਜਿਹੜਾ ਕਿਸਾਨਾਂ ਨਾਲ ਖੜੇ ਰਵਾਂਗੇ ਔਰ ਲੈ ਕੇ ਰਵਾਂਗੇ। ਮੇਰਾ ਵੀਰ ਸਾਰਿਆਂ ਨੂੰ ਬੇਨਤੀ ਆ, ਪਲੀਜ਼ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਧੜੇਬਾਜ਼ੀ ਛੱਡ ਦਿਓ ਬਾਈ। ਪਿੰਡੋਂ ਪਿੰਡੋਂ ਪੰਚਾਇਤੋਂ ਸਾਰੇ ਇੱਕ ਝੰਡਾ ਜ਼ਰੂਰੀ ਹੈ ਬਾਈ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਗਵਰਨਮੈਂਟ ਦਾ ਬਾਈਕਾਟ ਕਰ ਦਿਓ, ਸੈਲੀਬ੍ਰਿਟੀਆਂ ਦਾ ਬਾਈਕਾਟ ਕਰ ਦਿਓ, ਨਹੀਂ ਤਾਂ ਬਾਈ ਬੇੜਾ ਗਰਕ ਹੋ ਜਾਊਗਾ ਸਾਰੇ ਕਾਸੇ ਦਾ। ਭਾਵੇਂ ਹਰਿਆਣਾ ਹੈ, ਭਾਵੇਂ ਪੰਜਾਬ ਹੈ, ਭਾਵੇਂ ਕੋਈ ਵੀ ਹੈ, ਠੀਕ ਹੈ।
ਤੁਸੀਂ ਇੱਕ ਗੱਲ ਹੋਰ, ਆਪਣੇ ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਹਾਂ ਇਹ ਗਲਤ ਹੈ, ਪਰ ਹਿੰਦੀ ਵਾਲੇ ਮੇਰੇ ਜਿੰਨੇ ਦੋਸਤ ਨੇ, ਮੈਂ ਆਪਣਾ ਬਹੁਤ ਹਿੰਮਤ ਲਾਈ ਹੈ ਵੀ ਦੱਸਾਂ, ਪਰ ਹੋਰ ਕਿਸੇ ਨੂੰ ਨਹੀਂ ਪਤਾ। ਮੇਰਾ ਵੀਰ ਜੇ ਕੋਈ ਇਹੋ ਜਿਹਾ ਹੈਗਾ ਜਿਹਨੂੰ ਕੋਈ ਫੋਲੋ ਕਰਦਾ ਹੈ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ, ਹਿੰਦੀ 'ਚ ਵੀ ਜ਼ਰੂਰ ਇਹ ਚੀਜ਼ ਨੂੰ ਦੱਸਿਆ ਜਾਵੇ, ਕਿਉਂਕਿ ਜਿਹੜੇ ਹਿੰਦੀ ਯੂਥ ਹੈ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਇਹੀ ਲੱਗਦਾ ਕਿ ਇਹ ਸਭ ਕਿਸਾਨਾਂ ਦੀ ਅਨਪੜ੍ਹਤਾ ਕਰਕੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਕੀ ਕਰੀ ਜਾਂਦੇ ਨੇ, ਜਾਂ ਜਿਵੇਂ ਸਰਕਾਰ ਨੇ ਕਿਹਾ ਕਿ ਹਮਨੇ ਤਾਂ ਸਭ ਸਹੀ ਕੀਤਾ ਹੈ ਲੇਕਿਨ ਇਹ ਤੋਂ ਅਨਪੜ੍ਹ ਹੈ। ਐਵੇਂ ਕਿਵੇਂ ਅਨਪੜ੍ਹ ਨੇ ਯਾਰ, ਤੁਸੀਂ ਦੱਸਣ ਵਾਲੇ ਤਾਂ ਬਣੋ ਗਾਹਾਂ ਹੋ ਕੇ। ਜਿਹੜੇ ਵੀ ਨੇ ਮੇਰਾ ਵੀਰ, ਤੁਸੀਂ ਪੰਜਾਬੀ 'ਚ ਕੱਲ੍ਹ ਕਿਸੇ ਐਕਟਰ ਨੇ ਪੋਸਟ ਪਾਈ ਆ, ਕਹਿੰਦੇ ਕਲਾਕਾਰ ਨੇ, ਕਹਿੰਦੇ ਨੌਜਵਾਨ ਕਿਸਾਨ ਸੜਕਾਂ ਤੇ ਨੇ। ਤੁਹਾਨੂੰ ਤਾਂ ਪਤਾ ਹੀ ਹੈ ਵੀਰੇ, ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ, ਹਰਿਆਣੇ ਵਾਲਿਆਂ ਨੂੰ ਵੀ ਲਗਭਗ ਜੇ ਤੁਹਾਨੂੰ ਫੋਲੋ ਕਰਦੇ ਉਹਨਾਂ ਨੂੰ ਪਤਾ ਹੈ, ਪਰ ਤੁਸੀਂ ਬਾਕੀਆਂ ਨੂੰ ਵੀ ਦੱਸੋ। ਮੇਰਾ ਵੀਰ ਤੁਹਾਡੇ ਅੱਗੇ ਇਹੀ ਬੇਨਤੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਕਿਰਸਾਨੀ ਜਿੰਦਾਬਾਦ। ਦੇਖੋ ਜੀ, ਪੋਲੀਟੀਕਲ ਜਿਹੜੀਆਂ ਪਾਰਟੀਆਂ ਉਹਨਾਂ ਨੇ ਆਪਣੀ ਜਿਹੜੀ ਬੰਸਰੀ ਵਜਾਉਣੀ ਆ, ਬਟ ਅਸੀਂ ਕਿਸਾਨਾਂ ਦੇ ਨਾਲ ਆ, ਔਰ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਧੀ ਪੁੱਤਾਂ ਔਰ ਕਿਸਾਨਾਂ ਦੇ ਨਾਲ ਖੜੇ ਰਵਾਂਗੇ। ਫਸਟ ਟਾਈਮ ਹੋਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਆਰਟਿਸਟ ਵੀ ਇਸ ਬਿੱਲ ਦਾ ਜਿਹੜਾ ਵਿਰੋਧ ਕਰ ਰਹੇ ਨੇ, ਇਹਦੇ ਬਾਰੇ ਕੀ ਕਹੋਗੇ? ਨੌਜਵਾਨ ਜਿਹੜੇ ਇਸ ਵਾਰੀ ਜ਼ਿਆਦਾਤਰ ਤਾਂ ਹੀ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਨੇ ਕਿਉਂਕਿ ਆਰਟਿਸਟਾਂ ਨੇ ਵੀ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਹਿੱਸਾ ਲਿਆ। ਤੁਸੀਂ ਆਰਟਿਸਟ ਦੀ ਗੱਲ ਕੀਤੀ ਆ, ਅਸੀਂ ਹਰ ਸਾਲ ਕੈਨੇਡਾ ਡੇ ਮੇਲਾ ਇੰਟਰੈਕਟ ਸ਼ੋ ਇੱਥੇ ਕਰਦੇ ਹਾਂ, ਔਰ ਸਾਡੇ ਵੀ ਇਹ ਕਲਾਕਾਰ ਆ ਜਿਹੜੇ ਭਰਾ ਨੇ, ਇਹ ਔਰ ਹਰ ਸਾਲ ਇੱਥੇ ਪਹੁੰਚਦੇ ਨੇ, ਔਰ ਉਹ ਵੀ ਜੱਟ ਕਿਸਾਨੀ ਘਰਾਣੇ ਤੋਂ, ਔਰ ਉਹਨਾਂ ਨੇ ਵੀ ਜੇ ਕਲਾਕਾਰ ਉਹਨਾਂ ਨੂੰ ਬਣਾਇਆ ਤੇ ਉਹ ਜ਼ਮੀਨ ਦੇ ਵਿੱਚ ਉਪਜਾਈ ਕੀਤੀ ਜਿਹੜੀ ਫਸਲ ਆ, ਉਹਦੇ ਕਰਕੇ ਉਹ ਅੱਜ ਕਲਾਕਾਰ ਆ ਤੇ ਉਹਦੇ ਕਰਕੇ ਉਹ ਖਾੜੇ ਲਾਉਂਦੇ ਨੇ। ਜੇ ਕਿਸਾਨ ਕੋਲੇ ਜ਼ਮੀਨ ਹੀ ਨਹੀਂ ਰਹੂਗੀ ਤਾਂ ਖਾੜੇ ਕਿਸ ਨੇ ਲਵਾਉਣੇ ਆ? ਜਾਂ ਫਿਰ ਅਸੀਂ ਇੱਥੇ ਜੇ ਸਾਡੇ ਭੈਣ ਭਰਾ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਆ, ਜੇ ਉਹ ਹੀ ਖੁਸ਼ ਨਹੀਂ ਤੇ ਸਾਨੂੰ ਇੱਥੇ ਮੇਲੇ ਜਿਹੜੇ ਆ ਕੀ ਆਖਦੇ ਨੇ, ਤੇ ਉਹ ਆਪਣਾ ਫਰਜ਼ ਪਛਾਣਦੇ ਹੋਏ ਅੱਜ ਸੜਕਾਂ ਤੇ ਉਤਰੇ ਹੋਏ ਨੇ, ਤੇ ਅਸੀਂ ਧੰਨਵਾਦ ਕਰਦੇ ਉਹਨਾਂ ਦਾ। ਇਹ ਰੈਲੀ ਸਿਰਫ ਇੱਕ ਦਿਨ ਹੀ ਨਿਕਲੇਗੀ ਇੱਥੋਂ, ਜਿਹੜੀ ਹੱਕ ਦੀ ਆਵਾਜ਼ ਅਸੀਂ ਗੱਲ ਕਰ ਰਹੇ ਹਾਂ, ਜਾਂ ਅੱਗੇ ਵੀ ਸਮੇਂ ਤੇ ਜਿਹੜਾ ਪ੍ਰੋਟੈਸਟ ਹੁੰਦੇ ਰਹਿਣ? ਜਿੰਨਾ ਚਿਰ ਕਿਸਾਨ ਪਰੜੀਆਂ ਤੇ ਰਹਿਣਗੇ, ਜਿੰਨਾ ਚਿਰ ਕਿਸਾਨ ਸੰਭੂ ਬਾਰਡਰ ਤੇ ਜਾਣਗੇ ਜਾਂ ਜ਼ਿਲ੍ਹਾ ਵਾਈਜ਼ ਧਰਨੇ ਦੇਣਗੇ, ਉਹਨਾਂ ਚਿਰ ਹੀ ਅਸੀਂ ਵੀ ਅਨਾਉਂਸ ਕਰ ਦਿੱਤਾ ਕਿ ਹਰ ਸੰਡੇ ਅਸੀਂ ਇੱਥੇ ਇਕੱਠ ਕਰਿਆ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸ ਦੇਵਾਂਗੇ ਕਿ ਅਸੀਂ ਇੱਕ ਕੌਂਸਲ ਜਨਰਲ ਨੂੰ ਵੀ ਮੈਮੋਰੈਂਡਮ ਦੇਵਾਂਗੇ। ਉਸ ਤੋਂ ਇਲਾਵਾ ਪਾਰਲੀਮੈਂਟ ਤੇ ਵੀ ਅਸੀਂ ਮੇਨ ਸਟ੍ਰੀਮ ਮੀਡੀਆ ਤੱਕ ਗੱਲ ਪਹੁੰਚਦੀ ਕਰਾਂਗੇ, ਕਿਉਂਕਿ ਪਾਰਲੀਮੈਂਟ ਤੱਕ ਵੀ ਇਹ ਇਕੱਠ ਆ ਜਿਹੜਾ ਗੱਡੀਆਂ ਦਾ ਤੁਸੀਂ ਦੇਖਿਆ ਕਿ, ਔਰ ਨੌਜਵਾਨ ਲੜਕਿਆਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਇਹ ਜਿਹੜੀ ਆਵਾਜ਼ ਆ ਕੇਂਦਰ ਸਰਕਾਰ ਤੱਕ ਪਹੁੰਚਦੀ ਕਰਦੇ ਰਵਾਂਗੇ। ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਬਹੁਤ ਬਹੁਤ ਧੰਨਵਾਦ ਹਮਦਰਦ ਟੈਲੀਵਿਜ਼ਨ ਦਾ, ਔਰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਕਿਸਾਨੀ ਦੇ ਹੱਕ ਦੇ ਵਿੱਚ ਹਰਾ ਨਾਰਾ ਜ਼ਰੂਰ ਮਾਰੋ, ਤਾਂ ਕਿ ਕਿਸਾਨੀ ਜਿੰਦੀ ਰਹੀ ਤਾਂ ਪੰਜਾਬੀ ਜਿੰਦੇ ਰਹਿਣਗੇ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਾਰਟੀਆਂ ਦਾ ਰੋਲ ਆ, ਅਸੀਂ ਇਸ ਝੰਡੇ ਦੇ ਵਿੱਚ ਹਰ ਬੰਦਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਪਾਰਟੀ ਨੂੰ ਨਾਲ ਮੂਹਰੇ ਅੱਗੇ ਲਾ ਕੇ ਤੁਰਦਾ ਤਾਂ ਵੋਟ ਜ਼ਰੂਰ ਪਾਉਂਦਾ, ਚਾਹੇ ਉਹ ਅਕਾਲੀ ਆ, ਚਾਹੇ ਕਾਂਗਰਸ ਆ, ਚਾਹੇ ਆਮ ਆਦਮੀ ਪਾਰਟੀ, ਜੋ ਵੀ ਪੰਜਾਬ ਦੇ ਸਟੇਟ ਦੇ ਵਿੱਚ ਸਾਡੀਆਂ ਪਾਰਟੀਆਂ ਨੇ। ਪਰ ਹੁਣ ਇਹ ਸਾਡਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਆ। ਇਹ ਸਾਡਾ ਜੋ ਵੀ ਕੇਂਦਰ ਸਰਕਾਰ ਨੇ ਸਾਡੇ ਕਿਸਾਨਾਂ ਦੀ ਦੁੱਖ ਦੀ ਰਗ ਤੇ ਹੱਥ ਰੱਖ ਲਿਆ, ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿੱਥੇ ਵੀ ਸਾਨੂੰ ਜਾਣਾ ਪਊ, ਬਹੁਤ ਲਹਿਰਾਂ ਇੱਥੋਂ ਵੀ ਉੱਠੀਆਂ ਵਾ, ਕੈਨੇਡਾ ਅਮਰੀਕਾ ਦੇ ਵਿੱਚੋਂ, ਇੰਗਲੈਂਡ ਦੇ ਵਿੱਚੋਂ ਲਹਿਰਾਂ ਉੱਠੀਆਂ, ਪਰ ਅਸੀਂ ਜਿੱਥੇ ਤੱਕ ਵੀ ਜਾਣਾ ਪਊ, ਜਿਵੇਂ ਸਾਨੂੰ ਪ੍ਰੋਗਰਾਮ ਮਿਲਣਗੇ, ਅਸੀਂ ਅੱਜ ਪਹਿਲਾ ਦਿਨ ਸੀਗਾ, ਜਿਵੇਂ ਵੀ ਪ੍ਰੋਗਰਾਮ ਸਾਨੂੰ ਮਿਲੂਗਾ ਅਸੀਂ ਉਸ ਤਰ੍ਹਾਂ ਇਕੱਠੇ ਹੋ ਕੇ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਵੀ ਜਿਹੜਾ ਜਿਵੇਂ ਵੀ ਜਿਸ ਤਰੀਕੇ ਨਾਲ ਵੀ ਇਸ ਕਿਸਾਨਾਂ ਦੀ ਮਦਦ ਕਰ ਸਕਦਾ ਜ਼ਰੂਰ ਕਰੇ, ਕਿਉਂਕਿ ਸਾਰੇ ਕਿਸਾਨਾਂ ਦੇ ਬੱਚੇ ਇੱਥੇ ਪੜ੍ਹਨ ਆਏ ਹੋਏ ਆ। ਅਸੀਂ ਉਹਨਾਂ ਦੇ ਨਾਲ ਵੀ ਜਿੱਥੇ ਤੱਕ ਸਾਡਾ ਲੱਗੂਗਾ ਅਸੀਂ ਨਾਲ ਖੜੇ ਰਵਾਂਗੇ, ਪਰ ਇਹਨਾਂ ਨੇ ਬਹੁਤ ਸਾਡੀ ਦੁੱਖ ਦੀ ਰਗ ਤੇ ਹੱਥ ਰੱਖ ਲਿਆ, ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਰ ਤੁਹਾਡੇ ਨਾਲ ਗੱਲ ਕਰੀਏ, ਇਸ ਵਕਤ ਜਿਵੇਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਗੱਲ ਹੋ ਰਹੀ ਹੈ, ਨਾਰੇ ਲੱਗ ਰਿਹਾ, ਵਿਦੇਸ਼ਾਂ ਦੀ ਆਵਾਜ਼ ਤੁਹਾਨੂੰ ਲੱਗਦਾ ਕਿ ਉੱਥੇ ਤੱਕ ਕੇਂਦਰ ਸਰਕਾਰ ਦੇ ਕੰਨੀ ਪਊ? ਬਿਲਕੁਲ ਜੀ, ਮੈਨੂੰ ਲੱਗਦਾ ਵਿਦੇਸ਼ਾਂ ਦੀ ਆਵਾਜ਼ ਸਗੋਂ ਜ਼ਿਆਦਾ ਪਊਗੀ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਕਿਸੇ ਕੰਟਰੀ ਦੇ ਵਿੱਚ ਕੁਝ ਹੋ ਰਿਹਾ, ਜਦੋਂ ਇੰਟਰਨੈਸ਼ਨਲ ਮੀਡੀਆ ਨੇ ਉਸ ਗੱਲ ਨੂੰ ਉਠਾਇਆ ਤਾਂ ਸ਼ਾਇਦ ਸਰਕਾਰ ਨੂੰ ਇਹ ਲੱਗਦਾ ਗਿਆ ਕਿ ਉਹ ਸੜਕਾਂ ਦੇ ਉੱਤੇ ਜਾਂ ਰੇਲਾਂ ਨੂੰ ਰੋਕ ਕੇ ਕਿਸਾਨ ਬੈਠੇ ਆ ਤਾਂ ਉਹ ਕਿਸੇ ਖੂੰਜੇ ਲੱਗੇ ਬੈਠੇ ਆ। ਜਦੋਂ ਬਾਹਰੋਂ ਆਵਾਜ਼ ਜਾਣੀ ਸ਼ੁਰੂ ਹੋਈ, ਸੋ ਸਾਡੀ ਮੁਹਿੰਮ ਦਾ ਇੱਥੋਂ ਇਹ ਵੀ ਸਾਡੀ ਟਰਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਚੀਜ਼ਾਂ ਨਹੀਂ
ਨਹੀਂ ਇਹ ਕਾਨੂੰਨਾਂ ਨੂੰ ਵਾਪਸ ਲਿਆ ਜਾਂਦਾ ਤਾਂ ਅਸੀਂ ਹੋ ਸਕਦਾ ਪਾਰਲੀਮੈਂਟ ਤੱਕ ਵੀ ਅਪਰੋਚ ਕਰਾਂਗੇ ਤਾਂ ਕਿ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਸਮਝਿਆ ਜਾਵੇ ਤੇ ਹੋਰ ਵੱਧ ਉਸ ਦਾ ਅੱਗੇ ਪ੍ਰਚਾਰ ਕੀਤਾ ਜਾਵੇ ਤਾਂ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪੈ ਜਾਣ। ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਦੋਂ ਸਾਰੇ ਇੱਕੋ ਝੰਡੇ ਹੇਠ ਸੀ। ਹੁਣ ਦੇਖ ਰਹੇ ਹਾਂ ਕਿਤੇ ਸ਼ੰਭੂ ਬਾਰਡਰ ਦੇ ਵਿੱਚ ਧਰਨੇ ਲੱਗ ਰਹੇ ਨੇ, ਕਿਤੇ ਮਾਨਸਾ ਸਾਈਡ ਧਰਨੇ ਲੱਗ ਰਹੇ ਨੇ। ਹੁਣ ਇਹ ਵੀ ਆਪਸ ਦੇ ਵਿੱਚ ਵੰਡੇ ਗਏ ਨੇ। ਸਭ ਤੋਂ ਵੱਡੀ ਗੱਲ ਹੋ ਗਈ ਹੈ ਕਿ ਇਹ ਲੋਕ ਅੰਦੋਲਨ ਆ। ਦੇਖੋ ਲੋਕ ਅੰਦੋਲਨ ਦੇ ਵਿੱਚ ਜਦੋਂ ਜਨ ਸਮੂਹ ਆ ਗਿਆ 1974-75 ਤੋਂ ਬਾਅਦ ਦਾ ਮੈਨੂੰ ਲੱਗਦਾ ਐਡਾ ਵੱਡਾ ਕੋਈ ਅੰਦੋਲਨ ਹੋਇਆ ਪੰਜਾਬ ਦੇ ਵਿੱਚ ਕਹੀਏ, ਇਹ ਲੋਕ ਸਾਰੇ ਇਕੱਠੇ ਹੋ ਗਏ ਨੇ। ਜਦੋਂ ਲੋਕ ਇਕੱਠੇ ਹੋ ਜਾਂਦੇ ਆ ਉਹਨਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਉਹ ਜਿਹੜਾ ਇਕੱਠ ਆ ਜਾਂ ਜੋ ਇੱਕ ਲਹਿਰ ਚੱਲਦੀ ਆ ਉਸ ਦਾ ਦਿਸ਼ਾ ਵੀ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਹ ਨਿੱਕੀਆਂ ਮੋਟੀਆਂ ਚਾਲਾਂ ਚੱਲਦੇ ਰਹਿਣਾ, ਪਰ ਇਸ ਜੋ ਇਹ ਕਾਨੂੰਨ ਨੇ ਇਹਦਾ ਘਰ ਘਰ ਤੇ ਫਰਕ ਪੈ ਰਿਹਾ। ਸੋ ਇਸ ਕਰਕੇ ਜਦੋਂ ਜਨ ਸਮੂਹ ਇਕੱਠਾ ਹੋ ਗਿਆ ਉਸ ਦੇ ਵਿੱਚੋਂ 2-4 ਬੰਦੇ ਆਸੇ-ਪਾਸੇ ਹੋ ਜਾਣੇ, ਉਸ ਦੇ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਅਵੇਅਰਨੈਸ ਬਹੁਤ ਹੋ ਚੁੱਕੀ ਹੈ ਤੇ ਲੋਕ ਇਕਜੁੱਟ ਹੋ ਚੁੱਕੇ ਨੇ। ਜਦੋਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ, ਬਿੱਲ ਪਾਸ ਹੋਇਆ ਉਦੋਂ ਕਿਸੇ ਨੇ ਵੀ ਅਪੋਜ਼ ਨਹੀਂ ਕੀਤਾ ਤੇ ਹੁਣ ਅਸੀਂ ਦੇਖਣਾ ਪੰਜਾਬ ਵਿੱਚ ਚਾਹੇ ਉਹ ਬਾਦਲ ਪਰਿਵਾਰ ਹੋਵੇ ਚਾਹੇ ਉਹ ਕਾਂਗਰਸ ਦੇ ਵਿੱਚ ਹੁਣ ਦੇਖ ਰਹੇ ਹਾਂ ਅਸੀਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਸੋ ਇਸ ਨੂੰ ਇੱਕ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਤਾਂ ਨਹੀਂ ਕਿ ਵੋਟਾਂ ਦੇ ਕਰਕੇ ਕਿਤੇ ਨਾ ਕਿਤੇ ਪ੍ਰੋਟੈਸਟ ਨਾ ਪਿੱਛੇ ਰਹਿ ਜਾਵੇ? ਬਿਲਕੁਲ ਜੀ, ਇਹ ਠੱਗ ਲੈਣਾ ਹੈ। ਕੋਈ ਪਾਰਟੀ ਦੀ ਗੱਲ ਕਰ ਲਈ ਆਪਾਂ, ਕਿਸੇ ਵੀ ਪਾਰਟੀ ਦੀ ABC, ਕੋਈ ਵੀ ਪਾਰਟੀ ਆ ਉਹਦਾ ਮਕਸਦ ਸਿਰਫ ਤੇ ਸਿਰਫ ਵੋਟਾਂ ਦਾ। ਉਹ ਇਸ ਕਰਕੇ ਅੱਗੇ ਆ ਗਿਆ। ਜਿਹੜਾ ਅਸਲ ਆ ਲੈਫਟ ਦੀ ਆਵਾਜ਼ ਸੁਣੀ ਨਹੀਂ ਜਾਂਦੀ ਕਿਉਂਕਿ ਉਹ ਬਹੁਤ ਕਮਜ਼ੋਰ ਆ। ਸਿਰਫ ਲੈਫਟ ਇੱਕ ਅਜਿਹਾ ਫਰੰਟ ਰਹਿ ਜਾਂਦਾ ਗਾ ਜੋ ਕਿ ਇਸ ਦਾ ਅਸਲੀ ਜੋ ਕਾਰਨ ਨੇ ਉਹਨਾਂ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਾ, ਪਰ ਉਹਨਾਂ ਦੀ ਜਦੋਂ ਤਾਕਤ ਨਹੀਂ ਇੰਨੀ ਹੈਗੀ। ਇਹ ਪਾਰਟੀਆਂ ਦੀ ਤਾਕਤ ਆ। ਸੋ ਇਹ ਵੋਟਾਂ ਦਾ ਰੌਲਾ ਇਹਨਾਂ ਨੇ ਡਗਡਗਾ ਵਜਾਉਣਾ ਆਪਣਾ 2022 ਲਈ ਸਾਰਾ ਕੁਝ ਕੀਤਾ ਜਾ ਰਿਹਾ। ਪਰ ਮੈਂ ਫਿਰ ਉਹੀ ਗੱਲ ਕਰਦਾ, ਜਦੋਂ ਜਨ ਸਮੂਹ ਸੋ ਸਾਡੇ ਲੋਕ ਉਹ ਜਦੋਂ ਇੰਨਾ ਜ਼ਿਆਦਾ ਅੱਗੇ ਹੋ ਕੇ ਤੁਰ ਪਏ ਨੇ, ਇਕੱਠ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਹਿ ਲਓ, ਹਰ ਇੱਕ ਸ਼ਹਿਰ ਦੇ ਵਿੱਚ ਹੋ ਰਿਹਾ ਹੈਗਾ। ਸੋ ਉਸ ਚੀਜ਼ ਨੇ ਕਿਤੇ ਨਾ ਕਿਤੇ ਜਾ ਕੇ ਉਹ ਆਵਾਜ਼ ਸੁਣੀ ਜਾਏਗੀ। ਜਿਵੇਂ ਭਾਜੀ ਨੇ ਕਿਹਾ ਸੀ ਕਿ ਕੌਂਸਲੇਟ ਤੱਕ ਆਵਾਜ਼ ਪਹੁੰਚਾਈ ਜਾਏਗੀ, ਮੈਮੋਰੈਂਡਮ ਦਿੱਤਾ ਜਾਏਗਾ, ਇਹਦੇ ਬਾਰੇ ਕੀ ਕੋਈ ਤੁਸੀਂ ਉਲੀਕੀ ਹੈ ਮੁਹਿੰਮ ਜਾਂ ਦੇ ਦਿੱਤਾ ਗਿਆ ਜਾਂ ਦੇਣਾ ਹੈ ਅੱਜ? ਨਹੀਂ, ਹਾਲੇ ਨਹੀਂ ਦਿੱਤਾ ਗਿਆ। ਅੱਜ ਸਾਡਾ ਪਹਿਲਾ ਦਿਨ ਸੀ, ਸਾਡੀ ਪਹਿਲੀ ਮੀਟਿੰਗ ਸੀ। ਸੋ ਜਿੰਨੇ ਵੀ ਆਏ ਨੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰ ਦਾਂਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਜਵੀਜ਼ ਬਣੇਗੀ। ਅਸੀਂ ਪੂਰਾ ਪੀਸਫੁਲੀ ਇਸ ਪ੍ਰੋਟੈਸਟ ਨੂੰ ਚੱਲਦੇ ਰੱਖਣਾ ਚਾਹੁੰਦੇ ਹਾਂ। ਸੋ ਜਿਸ ਦੇ ਵਿੱਚ ਮੱਦੇਨਜ਼ਰ ਸਾਨੂੰ ਕੌਂਸਲੇਟ ਜਨਰਲ ਤੱਕ ਵੀ ਅਪਰੋਚ ਕਰਾਂਗੇ। ਅਸੀਂ ਸਾਡੇ ਵੱਲੋਂ ਮੈਮੋਰੈਂਡਮ ਦਿੱਤਾ ਜਾਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਪ੍ਰੋਗਰਾਮ ਲਿਖੇ ਜਾਣਗੇ ਉਹ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਪ੍ਰੋਪਰ ਪ੍ਰੈਸ ਨੋਟ ਦੇ ਰਾਹੀਂ ਅਸੀਂ ਉਹਨਾਂ ਨੂੰ ਅੱਗੇ ਭੇਜਦੇ ਰਵਾਂਗੇ। ਤੁਹਾਨੂੰ ਲੱਗਦਾ ਕਿ ਜਿਹਨੇ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਬਿੱਲ ਵਾਪਸ ਲੈਣ ਜਾਂ ਕੋਈ ਅਮੈਂਡਮੈਂਟ ਕਰਨ ਦੇ ਲਈ ਮਜਬੂਰ ਹੋਊਗੀ? ਦੇਖੋ ਜੀ, ਸਾਡਾ ਕੰਮ ਆ ਪ੍ਰੋਟੈਸਟ ਕਰਨਾ ਤੇ ਉਸ ਤੋਂ ਬਾਅਦ ਉਹਦਾ ਨਤੀਜਾ ਕੋਈ ਤਾਂ ਨਿਕਲੂਗਾ। ਸੋ ਸਰਕਾਰ ਹਜੇ ਮੂਡ 'ਚ ਨਹੀਂ ਲੱਗਦੀ ਕਿ ਉਹ ਵਾਪਸ ਲਊਗੀ। ਸੋ ਪਰ ਅੱਗੇ ਚੱਲ ਕੇ ਉਹ ਸਰਕਾਰ ਕਿਸ ਤਰ੍ਹਾਂ ਇਸ ਨੂੰ ਦੇਖਦੀ ਹੈ ਜਾਂ ਕੀ ਕਰਦੀ ਆ ਉਹਦਾ ਪਤਾ ਚੱਲ ਜੂਗਾ। ਸੋ ਇਸ ਵਕਤ ਸਾਡੇ ਨਾਲ ਦੀਪ ਚੰਡੂ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਥੈਂਕ ਯੂ ਸੋ ਮਚ, ਤੁਸੀਂ ਇੱਥੇ ਪਹੁੰਚੇ ਹੋ ਇਵੈਂਟ ਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ, ਜੈ ਜਵਾਨ ਜੈ ਕਿਸਾਨ ਦਾ ਨਾਰਾ ਹਮੇਸ਼ਾ ਵੱਜਦਾ ਆ ਤੇ ਅੱਜ ਪ੍ਰਦੇਸ਼ਾਂ ਵਿੱਚ ਖਾਸ ਤੌਰ ਤੇ ਇਕੱਠੇ ਹੋਏ ਆ ਕਿਸਾਨਾਂ ਦੇ ਪ੍ਰੋਟੈਸਟ ਦੇ ਲਈ। ਕੀ ਕਹਿਣਾ ਚਾਹੋਗੇ? ਆਰਟਿਸਟ ਵੀ ਇਸ ਵਾਰੀ ਕੁੱਦੇ ਨੇ ਇਸ ਮੈਦਾਨ 'ਚ। ਵਧੀਆ ਉਪਰਾਲਾ ਕੀਤਾ ਜੀ ਜਿੰਨੇ ਵੀ ਇੱਥੇ ਇਵੈਂਟ ਕਰਾਇਆ। ਤੇ ਮੈਂ ਬੇਨਤੀ ਕਰਦਾ ਸਾਰੇ ਜਿੰਨੇ ਵੀ ਬਾਹਰ ਕੰਟਰੀਆਂ 'ਚ ਰਹਿੰਦੇ ਪੰਜਾਬੀ, ਆਪਣੀ ਵੀ ਤੁਸੀਂ ਆਪਦੇ ਸਿਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਇਵੈਂਟ ਕਰੋ ਤੇ ਇਨਫੋਰਮੇਸ਼ਨ ਜਿਹੜੀ ਹੋ ਰਿਹਾ ਇੰਡੀਆ ਦੇ ਵਿੱਚ ਇਸ ਟਾਈਮ ਪੰਜਾਬ ਦੇ ਵਿੱਚ ਖਾਸ ਕਰਕੇ ਵੀ ਸਾਰਿਆਂ ਤੱਕ ਪਹੁੰਚੇ ਤੇ ਆਪਾਂ ਇਕੱਠੇ ਹੋਈਏ, ਯੂਨਾਈਟ ਹੋਈਏ ਤੇ ਆਹ ਬਿੱਲ ਜਿਹੜਾ ਕਹਿ ਰਹੇ ਨੇ ਵੀ ਆਪਾਂ ਇਹ ਕਿਸੇ ਵੀ ਤਰ੍ਹਾਂ ਇਟ ਗੋਜ਼ ਬੈਕ ਐਂਡ ਡਸਨਟ ਕਮ ਇਨਟੂ ਆਵਰ ਕਿਸਾਨ। ਚਾਹੇ ਤੁਸੀਂ ਕਿਸਾਨੀ ਨਾਲ ਬੈਕਗ੍ਰਾਉਂਡ ਤੁਹਾਡਾ ਹੈਗਾ ਜਾਂ ਨਹੀਂ ਹੈਗਾ, ਆਰਟਿਸਟਾਂ ਨੇ ਇਸ ਮੈਟਰ ਨੂੰ ਇੰਨਾ ਜ਼ਿਆਦਾ ਕਿਉਂ ਉਛਾਲ ਲਿਆ? ਬਿਕਾਜ਼ ਸਾਡੀ ਜਿਹੜੀ ਰੋਟੀ ਹੈ ਜੀ ਉਹਨਾਂ ਕਰਕੇ ਚੱਲ ਰਹੀ ਹੈ। ਜਿਹੜੇ ਸਾਡੇ ਗਾਣੇ ਹਿੱਟ ਹੁੰਦੇ ਆ, ਲੋਕੀ ਸੁਣਦੇ ਆ, ਜਿਹੜੇ ਸ਼ੋਅ ਲੱਗਦੇ ਜੀ ਕਿਸਾਨਾਂ ਦੇ ਘਰੇ ਹੁੰਦੇ ਆ ਜੀ। ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਹੋਰ ਇਕੱਠੇ ਹੋਣੇ ਚਾਹੀਦੇ। ਹੋਰ ਵੀ ਜਿਹੜੇ ਸਿੰਗਰ ਨਹੀਂ ਆਏ ਜਾਂ ਕਿਤੇ ਬਿਜ਼ੀ ਨਹੀਂ, ਉਹ ਵੀ ਸਾਰੇ ਮੈਂ ਬੇਨਤੀ ਕਰਦਾ ਇਕੱਠੇ ਹੋ ਕੇ ਇੱਕ ਯੂਨਿਟ ਕਰੀਏ, ਯੂਨਿਟੀ ਦਿਖਾਈਏ ਤੇ ਹੈਲਪ ਕਰੀਏ ਸਾਰਿਆਂ ਨੂੰ, ਹੋਰ ਆਵਾਜ਼ ਲੋਕਾਂ ਤੱਕ ਪਹੁੰਚੀਏ। ਜਿਹੜੇ ਕ੍ਰਿਟਿਸਾਈਜ਼ਰਸ ਨੇ ਜਿਨ੍ਹਾਂ ਨੇ ਹਜੇ ਤੱਕ ਇਸ ਬਾਰੇ, ਕੋਈ ਸਿੰਗਰਸ ਨੇ ਕੋਈ ਗੱਲ ਨਹੀਂ ਕੀਤੀ, ਆਰਟਿਸਟਾਂ ਨੇ ਨਹੀਂ ਕੀਤੀ ਹੈਗੀ, ਕ੍ਰਿਟਿਸਾਈਜ਼ਰਸ ਉਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਬਲੇਮ ਕਰ ਰਹੇ ਨੇ ਰੈਦਰ ਦੈਨ ਕਿ ਦੇਖਣ ਨਾਲੋਂ ਕਿ ਕੌਣ ਸਪੋਰਟ ਕਰ ਰਿਹਾ ਕੌਣ ਨਹੀਂ। ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਵੀ ਜਿਹੜਾ ਮੇਨ ਮਕਸਦ ਆ ਵੀ ਉਹਨੂੰ ਡਾਇਵਰਟ ਨਾ ਕੀਤਾ ਜਾਵੇ। ਆਪਣੇ ਮੇਨ ਮਕਸਦ ਆ ਜੀ ਕਿਸਾਨੀ ਤੇ ਜਿਹੜਾ ਆਹ ਬਿੱਲ ਤੇ ਹੋਰ ਕੋਈ ਜਿਹੜੀ ਗੱਲਾਂ ਆਪਾਂ ਨਾ ਕਰੀਏ, ਮੇਨ ਇੱਥੇ ਆਪਾਂ ਫੋਕਸ ਕਰੀਏ। ਪੋਲੀਟੀਸ਼ੀਅਨਸ ਨੂੰ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਪੰਜਾਬ ਦੇ ਪੋਲੀਟੀਸ਼ੀਅਨਸ ਜਿਹੜੇ ਇਸ ਵਕਤ ਆ ਤਾਂ ਗਏ ਨੇ ਪਰ ਅਜੇ ਵੀ ਵੰਡੇ ਹੋਏ ਨਜ਼ਰ ਆ ਰਹੇ ਨੇ? ਪਲੀਜ਼ ਯੂਨਾਈਟ ਹੋ ਜਾਓ। ਮੈਂ ਉਹੀ ਫੇਰ ਗੱਲ ਕਹਿ ਰਿਹਾ, ਇਕੱਠੇ ਹੋ ਕੇ ਆਪਾਂ ਬਿੱਲ ਨੂੰ ਉਹਨਾਂ ਨੂੰ ਵਾਪਸ ਦੇ ਦਈਏ, ਉਹ ਜਾਂ ਚੇਂਜ ਕਰਨ ਜਾਂ ਵਾਪਸ ਲੈਣ। ਮੈਂ ਇਹੀ ਬੇਨਤੀ ਕਰਦਾ ਤੇ ਸਾਰੇ ਜਣੇ ਇਕੱਠੇ ਹੋ ਜਾਓ। ਕਿਸਾਨ ਵਿਰੋਧੀ ਬਿੱਲ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਇੱਥੇ ਲਗਾਤਾਰ ਆਰਟਿਸਟ ਪਹੁੰਚੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਮੀਡੀਆ ਗਰੁੱਪ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਕਿਸਾਨਾਂ ਦੇ ਮੁੱਦੇ ਉੱਤੇ ਅੱਜ ਗੱਲਬਾਤ ਹੋ ਰਹੀ ਆ। ਸੋ ਤੁਸੀਂ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਹੋ, ਕਿਵੇਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਇੱਥੋਂ ਕੈਨੇਡਾ ਤੋਂ ਪੰਜਾਬ ਦੇ ਫਾਰਮਰਸ ਲਈ?
ਬਿਲਕੁਲ ਜੀ, ਐਕਚੁਅਲੀ ਸਾਰਿਆਂ ਦੀ ਯੂਨਿਟੀ ਦਿਖਾ ਰਹੇ ਹਾਂ ਕਿ ਸਾਰੇ ਇਕੱਠੇ ਨੇ ਤੇ ਇਕੱਠੇ ਹੋ ਕੇ ਸੈਂਟਰ ਗਵਰਨਮੈਂਟ ਤੱਕ ਜਿੱਦਾਂ ਐਮਬੈਸੀ ਮੇ ਵੀ ਮੈਮੋਰੈਂਡਮ ਦੇਵਾਂਗੇ, ਸੈਂਟਰ ਗਵਰਨਮੈਂਟ ਤੱਕ ਕਿਸੇ ਨਾ ਕਿਸੇ ਵੇ ਥਰੂ ਆਵਾਜ਼ ਜ਼ਰੂਰ ਪਹੁੰਚਾਵਾਂਗੇ ਕਿ ਸਾਨੂੰ ਇਹ ਬਿੱਲ ਨਹੀਂ ਚਾਹੀਦਾ, ਜਾਂ ਜੇ ਇਹ ਬਿੱਲ ਦੇ ਵਿੱਚ ਜਿਹੜੀਆਂ ਸੋਧ ਹੋਣ ਵਾਲੀਆਂ ਉਹ ਸੋਧ ਕਰ ਦਿੱਤੀਆਂ ਹਨ। ਇਸ ਕੋਈ ਵੱਡੀ ਗੱਲ ਨਹੀਂ ਹੈ, ਬਿੱਲ ਬਣਾ ਲਿਆ ਉਹ 'ਚ ਸੋਧ ਹੋ ਸਕਦੀਆਂ, ਸੋਧ ਕਰ ਤੇ ਕਿਸਾਨ ਐਕਸੈਪਟ ਕਰਨਗੇ। ਲੱਗ ਰਿਹਾ ਕਿ ਜਿਵੇਂ ਪੂਰੇ ਦੁਨੀਆ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਵਕਤ ਆਵਾਜ਼ ਉੱਠੀ ਆ ਤੇ ਸੈਂਟਰ ਸਰਕਾਰ ਤੱਕ ਇਹ ਆਵਾਜ਼ ਪਹੁੰਚੇਗੀ। 100% ਪਹੁੰਚੇਗੀ ਜੀ। ਕਿਸੇ ਇੱਕ ਸੈਂਟਰ ਸਟੇਟਾਂ ਤੋਂ ਚੱਲਦੀ ਹੈ ਜੀ, ਸੈਂਟਰ ਨੂੰ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਨਾ ਜੀ, ਤੇ ਲੋਕ ਬਹੁਤ ਵੱਡੀ ਪਾਵਰ ਹੁੰਦੇ ਆ ਜੀ। ਪਾਵਰ ਹੁਣ ਮਜ਼ਦੂਰ ਤੇ ਕਿਸਾਨ ਇੱਕ ਇਕੱਠੇ ਹੋ ਕੇ ਏਕਾ ਕਰ ਰਹੇ ਜੀ। ਹੁਣ ਆਬਵੀਅਸਲੀ ਇਹਦੇ ਰਿਜ਼ਲਟ ਤਾਂ ਦੇਖਣ ਨੂੰ ਮਿਲਣਗੇ ਹੀ। ਅਸੀਂ ਨੌਜਵਾਨਾਂ ਦੀ ਗੱਲ ਕਰੀਏ, ਖਾਸ ਤੌਰ ਤੇ ਪ੍ਰੋਟੈਸਟ ਦੇ ਵਿੱਚ ਸਾਡੇ ਬਜ਼ੁਰਗ ਹੀ ਨਜ਼ਰ ਆਉਂਦੇ ਆ, ਪਰ ਇਹ ਪਹਿਲਾ ਪ੍ਰੋਟੈਸਟ ਹੋਊਗਾ ਜਿਹਦੇ ਵਿੱਚ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੀ ਆ। ਆਰਟਿਸਟਾਂ ਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ ਇਸ ਵਿੱਚ? ਬਿਲਕੁਲ ਜੀ, ਯੋਗਦਾਨ ਤੇ ਸਾਰਿਆਂ ਦਾ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਇਸ ਵੇਲੇ ਬਹੁਤ ਜ਼ਿਆਦਾ ਐਕਟਿਵ ਹੈ ਨਾ ਜੀ, ਤੇ ਸੋਸ਼ਲ ਮੀਡੀਆ ਤੋਂ ਕੋਈ ਵੀ ਇੱਕ ਚੀਜ਼ ਦੀ ਕੋਈ ਪੋਸਟ ਪਾਉਂਦਾ ਆਪਣੇ ਲੱਖਾਂ ਦੁਨੀਆ ਤੱਕ ਪੋਸਟ ਪਹੁੰਚ ਜਾਂਦੀ ਹੈ। ਤੇ ਆਰਟਿਸਟਾਂ ਦੇ ਫੈਨ ਫਾਲੋਅਰਸ ਬਹੁਤ ਹੁੰਦੇ, ਵਰਲਡ ਵਾਈਡ ਹੁੰਦੇ ਆ ਜੀ। ਇੱਕ ਕਿਤੇ ਨੂੰ ਜਾਂ ਇੱਕ ਏਰੀਆ ਨੂੰ ਬਿਲੋਂਗ ਨਹੀਂ ਕਰਦੇ, ਉਹ ਵਰਲਡ ਨੂੰ ਬਿਲੋਂਗ ਕਰਦੇ ਹੁੰਦੇ। ਜਿੱਥੇ ਜਿੱਥੇ ਵੀ ਪੰਜਾਬੀ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ, ਇੰਡੀਅਨ ਲੋਕ ਨੇ, ਉਹ ਸਾਰੇ ਪਿਆਰ ਕਰਦੇ ਨੇ ਤੇ ਆਰਟਿਸਟਾਂ ਥਰੂ ਇਹ ਆਵਾਜ਼ ਸਾਰੇ ਕਿਤੇ ਜਾ ਰਹੀ ਹੈ। ਸੋ ਆਰਟਿਸਟ ਇੱਕ ਸਾਥ ਜਿੱਦਾਂ ਮੀਡੀਆ ਤੁਸੀਂ ਹੁਣ ਜਿੱਦਾਂ ਇਹ ਚੀਜ਼ ਆਵਾਜ਼ ਬੁਲੰਦ ਕਰ ਰਹੇ ਹੋ, ਇੱਦਾਂ ਹੀ ਆਰਟਿਸਟ ਇੱਕ ਵੇ ਆ ਜਿਹੜੇ ਉਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਆ ਵੀ ਜਿਹੜਾ ਇਹ ਬਿੱਲ ਆ ਇਹਦੇ ਵਿੱਚ ਆਹ ਖਾਮੀਆਂ ਨੇ, ਇਹ ਖਾਮੀਆਂ ਚੇਂਜ ਕੀਤੀਆਂ ਜਾਣ, ਜਾਂ ਬਿੱਲ ਵਾਪਸ ਲਿਆ ਜਾਵੇ, ਜੇ ਨਹੀਂ ਲੈਣਾ ਤਾਂ ਖਾਮੀਆਂ ਚੇਂਜ ਕੀਤੀਆਂ ਜਾਣ। ਤੇ ਇਹ ਉਹ ਵੇ ਹੈ, ਇੱਕ ਮਾਧਿਅਮ ਆ ਜਿਹਦੇ ਜ਼ਰੀਏ ਸਾਰੇ ਵਰਲਡ ਨੂੰ ਪਤਾ ਲੱਗ ਰਿਹਾ। ਤਾਂ ਆਰਟਿਸਟ ਸਾਰੇ ਇਕਜੁੱਟ ਇਕੱਠੇ ਆ ਇਸ ਮੰਚ ਤੇ, ਬਹੁਤ ਵਧੀਆ ਗੱਲ ਹੈ। ਨੌਜਵਾਨ ਸਾਰੇ ਹੁਣ ਇਕੱਠੇ ਹੋਏ ਆ ਜੀ, ਇਸੇ ਕਰਕੇ ਹੋਇਆ ਬਿਕੋਜ਼ ਆਰਟਿਸਟਾਂ ਨੇ ਪ੍ਰਮੋਟ ਕੀਤਾ ਇਹ ਚੀਜ਼ ਨੂੰ ਵੀ ਇਹ ਗਲਤ ਹੋ ਰਿਹਾ, ਤੇ ਹੁਣ ਲੋਕਾਂ ਨੂੰ ਪਤਾ ਲੱਗਿਆ ਬਿੱਲ 'ਚ ਕੀ ਖਾਮੀਆਂ ਨੇ। ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਵੱਲੋਂ ਪੰਜਾਬ 'ਚ ਵਸਦੇ ਪੰਜਾਬੀਆਂ ਲਈ ਕੋਈ ਸੁਨੇਹਾ ਭੇਜਣਾ ਚਾਹੋ? ਬਿਲਕੁਲ ਇਹੋ ਹੀ ਹੈ ਜੀ, ਅਸੀਂ ਵੀ ਤੁਹਾਡੇ ਨਾਲ ਆ, ਬਿਲਕੁਲ ਅਸੀਂ ਵੀ ਕਿਸਾਨਾਂ ਦੇ ਪੁੱਤ ਆ, ਅਸੀਂ ਵੀ ਸਾਨੂੰ ਇਹ ਚੀਜ਼ ਦਾ ਦੁੱਖ ਆ, ਅਸੀਂ ਤੁਹਾਡੇ ਨਾਲ ਆ ਹਮੇਸ਼ਾ ਹੀ, ਜਿੱਥੇ ਵੀ ਸਾਡੀ ਜ਼ਰੂਰਤ ਹੋਗੀ ਅਸੀਂ ਇਕੱਠੇ ਆ। ਤੇ ਤੁਸੀਂ ਇੰਡੀਆ 'ਚ ਆ, ਬਟ ਇਹ ਜਿਸ ਦੂਰੀਆਂ ਦੇ ਫਾਸਲੇ ਜਿਹੜੇ ਆ ਇਹ ਆਪਾਂ ਇੱਕ ਮਾਧਿਅਮ ਰਾਹੀਂ, ਇੱਕ ਸੋਸ਼ਲ ਮੀਡੀਆ ਰਾਹੀਂ ਆਪਾਂ ਇਕੱਠੇ ਕਰਨਾ, ਕਿ ਅਸੀਂ ਇੱਥੋਂ ਸੰਦੇਸ਼ ਉਹੀ ਦੇ ਰਹੇ ਜੋ ਉੱਥੋਂ ਉਹ ਸੰਦੇਸ਼ ਦੇ ਰਹੇ ਕਿ ਸਾਨੂੰ ਇਹ ਚੀਜ਼ ਐਕਸੈਪਟ ਨਹੀਂ ਆ, ਇਹ ਚੀਜ਼ ਦਾ ਸੋਧ ਕੀਤਾ ਹੋਵੇ। ਤੇ ਸੇਮ ਵੇ ਨਾਲ ਅਸੀਂ ਇੱਕ ਯੂਨਿਟੀ ਦਿਖਾ ਰਹੇ ਹਾਂ। ਬਸ ਜੋ ਵੀ ਹੋ ਰਿਹਾ ਮਾੜਾ ਹੀ ਹੋ ਰਿਹਾ। ਬਾਕੀ ਮੇਨ ਥੈਂਕਸ ਆ ਜਸ ਬਾਜਵੇ ਵੀਰੇ ਦਾ, ਮੂਹਰੇ ਉੱਠ ਕੇ ਜਾ ਰਿਹਾ ਸਿੰਗਰਾਂ ਦੇ ਵਿੱਚੋਂ ਜੀ। ਤੇ ਇਹੀ ਕਹਿਣਾ ਚਾਹੁੰਦੇ ਆ ਹੁਣ ਤਾਂ ਵੀ ਸਰਕਾਰ ਨੂੰ ਸਾਰਾ ਕੁਝ ਕਰਨਾ ਚਾਹੀਦਾ। ਕਿਸਾਨਾਂ ਕੋਲ ਤਾਂ ਸਿਰਫ ਜ਼ਮੀਨਾਂ ਹੁੰਦੀਆਂ ਉਹਨਾਂ ਦੀਆਂ, ਹੋਰ ਤਾਂ ਉਹਨਾਂ ਕੋਲੇ ਕੀ ਆ, ਜੇ ਉਹੀ ਖੋਲੀਆਂ ਉਹਨਾਂ ਕੋਲੇ ਹੋਰ ਕੁਝ ਨਹੀਂ ਰਹਿਣਾ। ਹੋਰ ਬਾ ਇਹੀ ਆ ਜੀ, ਸਭ ਤੋਂ ਜਿੰਨੇ ਵੀ ਆਪਣੇ ਮੇਨ ਜਿਹੜੇ ਨੌਜਵਾਨ ਉੱਠ ਕੇ ਮੂਹਰੇ ਜਾਣਗੇ ਤੇ ਉਹੀ ਵਧੀਆ ਉਹਨਾਂ ਲਈ, ਮੂਹਰਲੀ ਪੀੜ੍ਹੀਆਂ ਨੂੰ ਨੁਕਸਾਨ ਹੋਣਾ, ਆਪਾਂ ਨੂੰ ਹੋਰ ਤਾਂ ਕਿਸੇ ਨੂੰ ਕੁਝ ਨਹੀਂ ਹੋਣਾ। ਇਹੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅੱਗੇ ਜਾਓ ਬਾਈ, ਹੈ ਨਾ। ਤੇ ਜਸ ਬਾਜਵਾ ਜੀ ਦਾ ਨਾਮ ਲਿਆ, ਦੀਪ ਸਿੱਧੂ ਸਟਾਰਟਿੰਗ ਦੇ ਵਿੱਚ ਇਸ ਮੁੱਦੇ ਦੇ ਨਾਲ ਜੁੜੇ ਹੋਏ ਨੇ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਦੋਵਾਂ ਦੇ ਬਿਆਨ ਅਲੱਗ-ਅਲੱਗ ਆ ਰਹੇ ਨੇ। ਜਿਵੇਂ ਹੁਣ ਆਰਟਿਸਟ ਵੀ ਆਪੋ ਆਪ ਦੇ ਵਿੱਚ ਪਾਟੇ ਹੋਏ ਨਜ਼ਰ ਆਏ, ਇੱਕ ਪਾਸੇ ਜਸ ਬਾਜਵਾ ਗਰੁੱਪ ਬਣ ਗਿਆ, ਇੱਕ ਪਾਸੇ ਦੀਪ ਸਿੱਧੂ ਗਰੁੱਪ ਦਾ ਕੋਈ ਨਹੀਂ ਜੀ, ਗਰੁੱਪ ਤਾਂ ਸਾਰੇ ਜਿੰਨੇ ਸਿੰਗਰ ਆ ਹੈ ਨਾ, ਤੇ ਇੱਕ ਹੋ ਕੇ ਚੱਲਣਗੇ, ਵਧੀਆ ਗੱਲ ਆ। ਇਹ ਨਹੀਂ ਕੋਈ ਇਕੱਠ ਮਾਨਸਾ ਰੱਖ ਰਿਹਾ, ਕੋਈ ਕਿਤੇ ਹੋਰ ਰੱਖ ਰਿਹਾ। ਤੇ ਮੇਨ ਤਾਂ ਇਹੀ ਹੈ ਵਾ, ਸਾਰੇ ਜਣੇ ਇੱਕ ਹੋ ਕੇ ਚੱਲ ਰਹੇ ਆ ਤੇ ਵਧੀਆ ਗੱਲ ਆ ਆਪਣੇ ਲਈ ਜਿੰਨੇ ਸਿੰਗਰਾਂ ਦੇ ਵਿੱਚ। ਜਿਹੜੇ ਇਸ ਵਕਤ ਵਿਦੇਸ਼ਾਂ ਵਿੱਚ ਬੈਠੇ, ਵੱਖ-ਵੱਖ ਮੁਲਕਾਂ ਵਿੱਚ ਬੈਠੇ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੁਝ ਕਹਿਣਾ ਚਾਹੋ? ਉਹਨਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਆਪਾਂ ਕਿਸਾਨਾਂ ਨਾਲ ਲੱਗ ਕੇ ਚੱਲਾਂਗੇ ਅੱਗੇ ਆਪਣੇ ਲਈ ਵਧੀਆ ਹੋਊਗਾ। ਤੇ ਆਪਣਾ ਪੰਜਾਬ ਤੋਂ ਹੀ ਆਏ ਹੋਏ ਆਪਾਂ ਸਾਰੇ ਜਾਣੇ ਹਨ, ਤੇ ਆਪਾਂ ਉਹਨਾਂ ਲਈ ਆਪਾਂ ਨੂੰ ਖੜਨਾ ਚਾਹੀਦਾ। ਭਾਰਤੀ ਜਿਹੜੇ ਕਿਸਾਨੀ ਯੂਨੀਅਨਸ ਨੇ ਜਿਹੜੀਆਂ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੀਆਂ ਨੇ, ਔਰ NRIs ਦੀ ਹਾਜ਼ਰੀ ਉਸ ਪ੍ਰੋਟੈਸਟ ਦੇ ਵਿੱਚ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ, ਕਿਉਂਕਿ ਅਸੀਂ ਖੁਦ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆ ਔਰ ਜ਼ਮੀਨਾਂ ਨਾਲ ਜੁੜੇ ਹੋਏ ਆ। ਇਹ ਜਿਹੜੇ 3 ਬਿੱਲ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨੇ, ਇਹ ਕਿਸਾਨੀ ਮਾਰੂ ਬਿੱਲ ਨੇ, ਔਰ ਇਸ ਕਰਕੇ ਜ਼ਿਆਦਾ ਮਾਰੂ ਬਿੱਲ ਨੇ ਕਿਉਂਕਿ MSP ਇੱਕ ਡਿਫਰੈਂਟ ਇਸ਼ੂ ਆ। ਪਰ ਜਿਹੜੀਆਂ ਬਿੱਲ ਦੇ ਵਿੱਚ ਸੋਧ ਕਰਨ ਵਾਲੀਆਂ ਨੇ, ਉਹ ਇਹ ਸੋਧ ਕਰਨ ਵਾਲੀਆਂ ਨੇ ਜਿਹੜੀ ਕੰਟਰੈਕਟ ਫਾਰਮਿੰਗ ਦੱਸੀ ਗਈ ਆ, ਉਹਦੇ ਨਾਲ ਇੱਕ ਜਿਹੜਾ ਆੜਤੀਆ ਗਰੁੱਪ ਆ ਉਹ ਬੈਂਕਰਪਟ ਹੋਵੇਗਾ, ਔਰ ਕਿਸਾਨਾਂ ਦੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਜਿਹੜੇ ਕਾਰਪੋਰੇਟ ਘਰਾਣੇ ਨੇ, ਅਡਾਨੀ ਅੰਬਾਨੀ, ਉਹਨਾਂ ਦਾ ਕਬਜ਼ਾ ਜਿਹੜਾ ਵਾ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਇਸ ਕਰਕੇ ਜਿਹੜਾ ਕਿਸਾਨ ਹੈ ਅੱਜ ਉਹ ਪਟਰੀਆਂ ਤੇ ਆ, ਅੱਜ ਇਸ ਕਰਕੇ ਕਿਸਾਨ ਜਿਹੜਾ ਵਾ ਉਹ ਸੜਕਾਂ ਦੇ ਉੱਪਰ ਆ ਕੇ ਬੈਠਾ ਵਾ, ਔਰ ਇਸ ਵਜ੍ਹਾ ਕਰਕੇ ਕਿ ਅਸੀਂ NRIs ਆ, ਅਸੀਂ ਪੰਜਾਬ ਤੋਂ ਦੂਰ ਆ ਆਪਣੇ ਕਿੱਤੇ ਕਰਕੇ, ਪਰ ਅਸੀਂ ਅੱਜ ਵੀ ਜ਼ਮੀਨਾਂ ਨਾਲ ਜੁੜੇ ਹੋਣ ਕਰਕੇ ਸਾਨੂੰ ਹਮਦਰਦੀ ਆ, ਔਰ NRIs ਨੇ ਫੈਸਲਾ ਕੀਤਾ ਕਿ ਅਸੀਂ ਆਪਣੀ ਹਾਜ਼ਰੀ ਜਿਹੜੀ ਆ ਇੱਥੋਂ ਬੈਠ ਕੇ ਅੰਦੋਲਨ ਦੇ ਵਿੱਚ ਲਵਾ ਸਕਦੇ ਹਾਂ। ਕੋਵਿਡ-19 ਦੀ ਰਿਸਟ੍ਰਿਕਸ਼ਨ ਨੂੰ ਫੋਲੋ ਕਰਦੇ ਹੋਏ ਅਸੀਂ ਅੱਜ ਇਹ ਪ੍ਰੋਟੈਸਟ ਕੀਤਾ ਵਾ, ਜਿਸ ਦੇ ਵਿੱਚ ਪੰਜਾਬ ਤੋਂ ਕਾਫੀ ਮਾਹਰ ਸਾਡੇ ਨਾਲ, ਜਿਨ੍ਹਾਂ ਨੇ ਸਾਨੂੰ ਪ੍ਰੋਟੈਸਟ ਦੀ ਜਾਣਕਾਰੀ ਉੱਥੋਂ ਦਿੱਤੀ ਆ, ਔਰ ਜਿਹੜੇ ਵੀ ਸਪੀਕਰ ਇੱਥੇ ਪਹੁੰਚੇ ਹੋਏ ਨੇ, ਅਸੀਂ ਉਹਨਾਂ ਦਾ ਔਰ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਵੇਂ ਹੁਣ
ਅਸੀਂ ਦੇਖ ਰਹੇ ਹਾਂ ਕਿ ਇਸ ਪੂਰੇ ਪ੍ਰੋਟੈਸਟ ਨੂੰ ਇੱਕ ਰਾਜਨੀਤਿਕ ਰੂਪ ਵੀ ਦਿੱਤਾ ਜਾਣ ਲੱਗ ਪਿਆ। ਜਦੋਂ ਇਹ ਬਿੱਲ ਪਾਸ ਹੋਇਆ ਸੀ ਉਦੋਂ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਬੋਲੀ। ਹੁਣ ਜਦੋਂ ਕਿਸਾਨ ਸੜਕਾਂ ਦੇ ਉੱਤੇ ਆ ਚੁੱਕੇ ਨੇ, ਹੁਣ ਕਾਂਗਰਸ ਵੀ, ਹੁਣ ਅਕਾਲੀ ਦਲ ਵੀ, ਹੁਣ ਸਾਰੇ ਮਿਲ ਕੇ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ। ਇਹਦੇ ਬਾਰੇ ਕੀ ਕਹੋਗੇ ਕਿਤੇ ਇਹਨੂੰ ਇੱਕ ਰਾਜਨੀਤਿਕ ਰੂਪ ਰੇਖਾ ਨਾ ਦੇ ਦਿੱਤੀ ਜਾਵੇ ਇਸ ਪੂਰੇ ਪ੍ਰੋਟੈਸਟ? ਜੀ ਹਜੇ ਤੱਕ ਜਿਹੜਾ ਵਾ ਜੀ ਜਿਹੜੀਆਂ ਕਿਸਾਨੀ ਯੂਨੀਅਨਸ ਨੇ ਇਸ ਪ੍ਰੋਟੈਸਟ ਨੂੰ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੋਂ ਬਚਾ ਕੇ ਰੱਖਿਆ ਹੋਇਆ ਵਾ। ਜੇ ਤੁਸੀਂ ਦੇਖੋ ਤੇ ਹਜੇ ਤੱਕ ਕਿਸੇ ਵੀ ਪ੍ਰੋਟੈਸਟ ਦੇ ਉੱਪਰ, ਕਿਸੇ ਵੀ ਸਟੇਜ ਦੇ ਉੱਪਰ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਲੀਡਰ ਨੂੰ ਨਹੀਂ ਬੋਲਣ ਦਿੱਤਾ ਗਿਆ। ਪਾਰਟੀਆਂ ਦੀ ਹੁਣ ਮਜਬੂਰੀ ਬਣ ਗਈ ਹੈ, ਚਾਹੇ ਉਹ ਹਰਸਿਮਰਤ ਦਾ ਅਸਤੀਫਾ ਹੋਵੇ ਜਾਂ ਅੱਜ ਰਾਹੁਲ ਗਾਂਧੀ ਹਰੀ ਆਪਣੇ 4 ਦਿਨ ਦੀ ਯਾਤਰਾ ਦੇ ਉੱਪਰ ਨੇ ਪੰਜਾਬ ਦੇ ਵਿੱਚ। ਪਾਰਟੀਆਂ ਨੂੰ ਹੁਣ ਇਹ ਪਤਾ ਵਾ ਕਿ ਵੋਟਰ ਜਿਹੜਾ ਵਾ ਉਹ ਸਾਡਾ ਕਿਸਾਨ ਆ। ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣੀ ਆ ਤੇ ਕਿਸਾਨ ਤੋਂ ਬਗੈਰ ਅਸੀਂ ਸਰਕਾਰ ਨਹੀਂ ਬਣਾ ਸਕਦੇ। ਹੁਣ ਜਾਵਾਂਗੇ ਕਿੱਧਰ? ਕਿਸਾਨਾਂ ਨੂੰ ਸਾਨੂੰ ਜ਼ਰੂਰੀ ਆ ਉਹਨਾਂ ਦੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ। ਆਪੋ ਆਪਣੇ ਤੌਰ ਤੇ ਉਹ ਚਾਹੇ ਟਰੈਕਟਰ ਰੈਲੀਆਂ ਕੱਢ ਰਹੇ ਨੇ, ਚਾਹੇ ਉਹ ਮੈਮੋਰੰਡਮ ਦੇਣ ਗਵਰਨਰ ਸਾਹਿਬ ਨੂੰ ਪਹੁੰਚਦੇ ਨੇ, ਉਹ ਆਪੋ ਆਪਣੇ ਜਿਹੜੇ ਨੇ ਉਹ ਆਪਣੇ ਥਾਂ ਤੇ ਉਹ ਪ੍ਰੋਟੈਸਟ ਕਰ ਰਹੇ ਨੇ ਸਿਰਫ ਇਸ ਕਰਕੇ ਕਿ ਅਸੀਂ ਤੁਹਾਡੇ ਨਾਲ ਆ। ਪਰ ਉਹ ਨਾਲ ਨਹੀਂ ਹੈਗੇ ਕਿਉਂਕਿ ਇਹ ਬਿੱਲ ਅੱਜ ਦਾ ਨਹੀਂਗਾ। ਇਹ ਬਿੱਲ ਜਦੋਂ ਡਰਾਫਟ ਹੋਣਾ ਸ਼ੁਰੂ ਹੋਇਆ ਉਦੋਂ ਇਹ ਨਾਲ ਸੀਗੇ, ਇਹਨਾਂ ਨੂੰ ਪਤਾ ਸੀਗਾ, ਉਦੋਂ ਇਹਨਾਂ ਨੇ ਹਾਮੀ ਭਰੀ ਉਸ ਬਿੱਲ ਦੇ ਉੱਪਰ। ਜੇ ਨਾ ਹਾਮੀ ਭਰਦੇ ਤੇ ਇਹ ਸੋਧਾਂ ਉਦੋਂ ਹੀ ਕਰਵਾ ਸਕਦੇ ਸੀਗੇ ਕਿਉਂਕਿ ਚੁਣੇ ਹੋਏ ਨੁਮਾਇੰਦੇ ਨੇ। ਫਰਜ਼ ਇਹਨਾਂ ਦਾ ਬਣਦਾ ਸੀਗਾ ਕਿ ਅਸੀਂ ਇਹ ਬਿੱਲ ਦੇ ਵਿੱਚ ਆ ਗਲਤ ਹੋਣਾ ਵਾ, ਇਹਦੇ ਵਿੱਚ ਸੋਧਾਂ ਕਰਵਾਈਏ। ਪਰ ਅੱਜ ਇਹ ਆਪਣੀ ਮਜਬੂਰੀ ਨੂੰ ਫਸੇ ਹੋਏ ਹੋਣ ਕਰਕੇ ਇਹ ਪ੍ਰੋਟੈਸਟ ਕਰ ਰਹੇ ਨੇ ਔਰ ਕਿਸਾਨੀ ਯੂਨੀਅਨ ਜਿਹੜੀਆਂ ਨੇ ਉਹਨਾਂ ਦੇ ਨਾਲ ਇਸ ਵੇਲੇ ਯੂਥ ਵੀ ਸ਼ਾਮਲ ਆ ਔਰ ਜਿੱਥੋਂ ਤੱਕ ਵੀ ਕੋਸ਼ਿਸ਼ ਹੋਵੇਗੀ ਇਸ ਅੰਦੋਲਨ ਨੂੰ ਬਚਾਉਣ ਦੀ ਉਹ ਬਚਾ ਕੇ ਰੱਖਿਆ ਜਾਵੇਗਾ ਤਾਂ ਕਿ ਇਹ ਕੋਈ ਵੀ ਰਾਜਨੀਤਿਕ ਰੂਪ ਜਿਹੜਾ ਹੈ ਅੰਦੋਲਨ ਨਾ ਲੈ ਸਕੇ। ਦੇਸ਼ ਵਿੱਚ ਬੈਠੇ ਜਿਹੜੇ ਇਸ ਵਕਤ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਸ ਵੇਲੇ ਇਹੋ ਹੀ ਕਹਿਣਾ ਚਾਹਾਂਗੇ ਕਿ ਜਿਹੜਾ ਵੀ ਕੋਈ ਕਿਸਾਨੀ ਨੂੰ ਪਿਆਰ ਕਰਦਾ ਵਾ, ਆਪਣੀ ਜ਼ਮੀਨ ਨੂੰ ਪਿਆਰ ਕਰਦਾ ਵਾ, ਉਹ ਰਾਜਨੀਤਿਕ ਪਾਰਟੀਆਂ ਤੋਂ ਦੂਰ ਹਟ ਕੇ ਜਿਸ ਵੀ ਪਾਰਟੀ ਨਾਲ ਉਹ ਜੁੜਿਆ ਹੋਇਆ ਵਾ ਉਹ ਕਿਸਾਨਾਂ ਦੀ ਮਦਦ ਲਈ ਇਹਨਾਂ ਅੰਦੋਲਨਾਂ ਦੇ ਵਿੱਚ ਆਪੋ ਆਪਣੇ ਜ਼ਿਲ੍ਹੇ, ਆਪੋ ਆਪਣੀ ਪੰਚਾਇਤ ਦੇ ਨਾਲ ਸ਼ਹਿਰ 'ਚ ਇਹਨਾਂ ਅੰਦੋਲਨਾਂ ਵਿੱਚ ਪਹੁੰਚੇ ਔਰ ਇਹ ਅੰਦੋਲਨ ਨੂੰ ਹਰ ਤਰ੍ਹਾਂ ਦੀ ਜਿਹੜੀ ਜਿੱਦਾਂ ਚਾਹੇ ਕੋਈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਤੋਂ ਬਚਾ ਕੇ ਸਿਰਫ ਕਿਸਾਨੀ ਮੁੱਦਿਆਂ ਦੇ ਉੱਪਰ ਜਿਹੜੀਆਂ ਯੂਨੀਅਨਸ ਗੱਲ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਆਪਣੇ ਅੰਦੋਲਨ ਨੂੰ ਹਿੱਸਾ ਲਵੇ। ਔਰ ਯੂਥ ਨੂੰ ਖਾਸ ਕਰਕੇ ਅਪੀਲ ਆ ਕਿ ਉਹ ਜਿਹੜੇ ਬਜ਼ੁਰਗ ਸਾਡੇ ਇਸ ਵੇਲੇ ਪਟੜੀਆਂ ਤੇ ਬੈਠੇ ਨੇ, ਸੜਕਾਂ ਤੇ ਬੈਠੇ ਨੇ, ਉਹਨਾਂ ਦੀ ਸੇਵਾ ਲਈ ਉੱਥੇ ਪਹੁੰਚਣ। ਔਰ 4-4 ਦਿਨ ਦਾ ਮੋਰਚਾ ਲੱਗਦਾ ਜਾਂ ਅੱਗੇ ਲੰਬੀ ਲੜਾਈ ਚੱਲਦੀ ਹੈ, ਜੇ ਮਹੀਨੇ ਦਾ ਵੀ ਮੋਰਚਾ ਲੱਗਦਾ ਤੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ। ਸੋ ਸਰ ਅਸੀਂ ਇਸ ਵਕਤ ਦੇਖ ਰਹੇ ਹਾਂ ਕਿ ਕਿਸਾਨ ਰੈਲੀ ਜਿਹੜੀ ਆ ਕੱਢੀ ਜਾ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ। ਸਾਰੇ ਇੱਥੇ ਇਕੱਠੇ ਹੋਏ ਨੇ ਵਿਦੇਸ਼ਾਂ ਵਿੱਚ। ਸਭ ਤੋਂ ਪਹਿਲਾਂ ਇਹ ਦੱਸੋ ਕਿ ਕੈਨੇਡਾ ਵਿੱਚ ਕਰਨ ਦਾ ਕੀ ਮਕਸਦ ਸੀ? ਐਕਚੁਅਲੀ ਕੀ ਆ ਜੀ ਕਿ ਜੋ ਕੁਝ ਉੱਥੇ ਵਾਪਰ ਰਿਹਾ, ਅਸੀਂ ਜਿੰਨੇ ਆ ਬਾਹਰ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਆ, ਅਸੀਂ ਪਹਿਲਾਂ ਤੇ ਇਸ ਕਰਕੇ ਔਖੇ ਸੀ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਜੀ ਸ਼ਾਇਦ ਸੱਜੇ ਖੱਬੇ ਵਾਲਿਆਂ ਨੇ ਨੱਪ ਲੈਣੀਆਂ ਜੀ। ਹੁਣ ਇੱਥੇ ਇਕੱਲਾ ਕਿਸਾਨੀ ਦੀਆਂ ਫਸਲਾਂ ਦਾ ਜਾਂ ਫਿਰ ਕਿਸਾਨੀ ਦੇ ਮੁਨਾਫੇ ਦਾ ਜਾਂ ਉਹਦੀਆਂ ਫਸਲਾਂ ਦੀ ਖਰੀਦ ਦੇ ਨਾਲ ਸੰਬੰਧਿਤ ਮਸਲਾ ਨਹੀਂ। ਇਹ ਜਿਹੜੇ ਧਨਾਟ ਲੋਕ ਨੇ ਉਹ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ। ਅਸਲ ਦੇ ਵਿੱਚ ਮੁੱਦਾ ਹੈ ਹੀ ਇਹ ਆ, ਫਿਕਰਮੰਦੀ ਹੀ ਇਹ ਆ। ਦੂਜੀ ਚੀਜ਼ ਇਹ ਆ ਕਿ ਜਿਹੜੇ ਅਸੀਂ ਵੀ ਕਿਸਾਨੀ ਦੇ ਨਾਲ ਸੰਬੰਧਿਤ ਪਰਿਵਾਰਾਂ ਦੇ ਵਿੱਚੋਂ ਇੱਥੇ ਆ। ਸਾਡੇ ਬਹੁਤੇ ਜਿਹੜੇ ਪਰਿਵਾਰ ਨੇ ਉਹ ਹਾਲੇ ਬੈਕ ਹੋਮ ਹੈਗੇ ਨੇ, ਸਾਡੀਆਂ ਜ਼ਮੀਨਾਂ ਹਾਲੇ ਸਾਡੀਆਂ ਉੱਥੇ ਨੇ। ਨਾਲੇ ਜਦੋਂ ਵੀ ਕਿਤੇ ਧੱਕਾ ਹੁੰਦਾ ਹੋਵੇ ਉਹਦੇ ਤੇ ਹਾਂ ਦਾ ਨਾਰਾ ਮਾਰਨਾ ਜਿਹੜਾ ਜੀ ਉਹ ਹਰ ਪੰਜਾਬੀ ਦਾ, ਹਰ ਭਾਰਤੀ ਦਾ ਫਰਜ਼ ਆ, ਚਾਹੇ ਉਹ ਜਿੱਥੇ ਮਰਜ਼ੀ ਬੈਠਾ ਹੋਵੇ। ਸੋ ਅਸੀਂ ਜਿਹੜੀਆਂ ਸਰਕਾਰਾਂ ਨੇ ਜੀ, ਕਿਉਂਕਿ ਉੱਥੇ ਤੇ ਕਿਸੇ ਦੇ ਸਿਆਸੀ ਮਫਾਦ ਹੋ ਸਕਦੇ ਨੇ, ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੋ ਸਕਦਾ, ਕਿਸੇ ਨੂੰ ਕੋਈ ਨਿੱਜੀ ਕੋਈ ਨਾ ਕੋਈ ਗਰਜ ਹੋ ਸਕਦੀ ਆ। ਸੋ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਕਿਸੇ ਤਰ੍ਹਾਂ ਦੀ ਕੋਈ ਗਰਜ ਨਹੀਂ। ਇਸ ਮੁਲਕ ਦੇ ਵਿੱਚ ਬਹਿ ਕੇ ਅਸੀਂ ਆਜ਼ਾਦਾਨਾ ਢੰਗ ਦੇ ਨਾਲ ਬੋਲ ਸਕਦੇ ਹਾਂ। ਸੋ ਜੇ ਅਸੀਂ ਕਿਤੇ ਵੀ ਹੋ ਰਹੇ ਧੱਕੇ ਦੇ ਖਿਲਾਫ, ਉਹ ਤੇ ਸਾਡੇ ਆਪਣਿਆਂ ਨਾਲ ਜਾਂ ਫਿਰ ਆਪਣੇ ਨਾਲ ਹੋ ਰਿਹਾ, ਸੋ ਇਸ ਧੱਕੇ ਦੇ ਖਿਲਾਫ ਜਿਹੜਾ ਬੋਲਣਾ ਬਣਦਾ। ਔਰ ਅਸੀਂ ਕਿਸੇ ਵੀ ਜ਼ਰੀਏ, ਚਾਹੇ ਉਹ ਸਾਡੀਆਂ ਜਿਹੜੀਆਂ ਨੇ ਉਹ ਅੰਬੈਸੀਜ਼ ਨੇ, ਸਾਡੇ ਕੌਂਸੂਲੇਟ ਜਨਰਲਸ ਨੇ, ਉਹਨਾਂ ਦੇ ਜ਼ਰੀਏ ਆਪਣਾ ਵਿਰੋਧ ਜਿਹੜਾ ਜੀ ਉਹ ਦਰਜ ਕਰਵਾਈਏ ਤੇ ਨਾਲ ਦੀ ਨਾਲ ਹੌਸਲਾ ਦਈਏ ਸਾਡੇ ਜਿਹੜੇ ਭੁੱਖ ਨਭਾਣੇ ਕਈ ਦਿਨਾਂ ਤੋਂ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਨੇ, ਸੜਕਾਂ ਤੇ ਰੁਲ ਰਹੇ ਨੇ, ਕਿ ਉਹਨਾਂ ਨੂੰ ਇਹ ਸੁਨੇਹਾ ਦਈਏ ਭਾਈ ਤੁਸੀਂ ਇਕੱਲੇ ਨਹੀਂ। ਜਿਹੜੇ NRIs ਨੇ ਉਹਨਾਂ ਦਾ ਇੱਕ ਵੱਡਾ ਯੋਗਦਾਨ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੀ ਔਰ ਪੰਜਾਬ ਦੀ ਕਿਸਾਨੀ ਦੇ ਵਿੱਚ ਵੀ। ਬਹੁਤੇ ਪਰਿਵਾਰ ਜਿਹੜੇ ਨੇ, ਇੱਕ ਜੀ ਉੱਥੇ ਆ ਜੀ ਉਹ ਖੇਤੀਬਾੜੀ ਕਰ ਰਿਹਾ, ਬਾਕੀ ਅਸੀਂ ਇੱਥੇ ਬੈਠੇ ਆ। ਥੋੜ੍ਹਾ ਬਹੁਤਾ ਉਗਾਲ, ਥੋੜ੍ਹਾ ਬਹੁਤਾ ਸਰਮਾਇਆ ਇੱਥੋਂ ਜਾਂਦਾ, ਤਾਂ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਹਾਲੇ ਤੱਕ ਬਚਿਆ ਜੀ। ਸੋ ਅਸੀਂ ਇਹ ਸੰਦੇਸ਼ ਉਹਨਾਂ ਤੱਕ ਵੀ ਪਹੁੰਚਦਾ ਕਰਨਾ ਚਾਹੁੰਦੇ ਹਾਂ ਕਿ ਭਾਈ ਤੁਸੀਂ ਇਕੱਲੇ ਨਹੀਂ। ਜਿਵੇਂ ਅਸੀਂ ਅੱਗੇ ਪੰਜਾਬ ਨਾਲ ਖੜੇ ਸੀ, ਅਸੀਂ ਇੱਥੇ ਬੈਠੇ ਹੁਣ ਵੀ ਪੰਜਾਬ ਦੇ ਨਾਲ ਖੜੇ ਆ। ਕਿਸੇ ਵੀ ਤਰੀਕੇ ਦੇ ਨਾਲ ਕਿਤੇ ਉਹਨਾਂ ਨੂੰ ਜ਼ਰੂਰਤ ਪੈਂਦੀ ਆ, ਅਸੀਂ ਉਹਨਾਂ ਦੇ ਨਾਲ ਆ। ਤੇ ਦੂਜੀਆਂ ਸਰਕਾਰਾਂ ਦੇ ਉੱਪਰ ਵੀ ਕਿ ਭਾਈ ਜਿਹੜੇ ਤੁਸੀਂ ਕਾਲੇ ਕਾਨੂੰਨ ਬਣਾ ਰਹੇ ਹੋ, ਇਹ ਤੁਸੀਂ ਸਮਝਦੇ ਹੋ ਕਿ ਲੋਕ ਭੋਲੇ ਆ, ਪਰ ਨਹੀਂ,
ਸਿਆਸੀ ਪਾਰਟੀਆਂ ਸਾਨੂੰ ਉਲਝਾ ਸਕਦੀਆਂ ਨੇ, ਪਰ ਅਸੀਂ ਉਹਦੇ 'ਚ ਉਲਝਣਾ ਨਹੀਂ। ਔਰ ਇਹ ਸੰਘਰਸ਼ ਜਿਹੜਾ ਉਹ ਜਿੰਨਾ ਲੰਬਾ ਵੀ ਜਾਵੇ, ਅਸੀਂ ਪੰਜਾਬ ਦੇ ਨਾਲ ਖੜਾਂਗੇ। ਜਿਵੇਂ ਕਿਹਾ ਕਿ ਇੰਡੀਅਨ ਕੌਂਸਲ ਨਾਲ ਗੱਲ ਕੀਤੀ ਜਾਵੇ, ਉਹਨਾਂ ਤੱਕ ਵਿਰੋਧ ਦਰਜ ਕਰਵਾਇਆ ਜਾਵੇ, ਕੀ ਤੁਹਾਡੀ ਗੱਲਬਾਤ ਹੋਈ ਟੋਰਾਂਟੋ ਕੌਂਸਲੇਟ ਦੇ ਨਾਲ, ਕੀ ਉਹਨਾਂ ਨੂੰ ਤੁਸੀਂ ਵਿਰੋਧ ਦਰਜ ਕਰਵਾਇਆ? ਬਿਲਕੁਲ ਜੀ, ਅਸੀਂ ਗਏ ਸੀ ਔਰ ਜਾ ਕੇ ਅਸੀਂ ਉਹਨਾਂ ਨਾਲ ਤਕਰੀਬਨ 1.5 ਘੰਟਾ ਬੈਠ ਕੇ ਆਏ ਆ ਔਰ ਉਹਨਾਂ ਨੇ ਗੱਲ ਸੁਣੀ ਵੀ ਆ ਔਰ ਇੱਕ ਮੈਮੋਰੰਡਮ ਸਾਡੇ ਵੱਲੋਂ ਤਿਆਰ ਕੀਤਾ ਗਿਆ। ਅੱਜ ਵੀ ਇੱਥੇ ਉਹਦੇ ਸਾਈਨ ਕਰਵਾਏ ਗਏ ਨੇ। ਅਸੀਂ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਜਾਂ ਸਾਡੀਆਂ ਖੇਡ ਸੰਸਥਾਵਾਂ ਨੇ, ਜਾਂ ਫਿਰ ਸਾਡੀਆਂ ਹੋਰ ਸਮਾਜਿਕ ਸੰਸਥਾਵਾਂ ਨੇ, ਸੋ ਉਹਨਾਂ ਨਾਲ ਜੁਆਇੰਟਲੀ ਉਹ ਇੱਕ ਜਿਹੜਾ ਮੈਮੋਰੰਡਮ ਕਹਿ ਲਓ ਜਾਂ ਉਹ ਇੱਕ ਮੰਗ ਪੱਤਰ ਕਹਿ ਲਓ, ਉਹ ਅਸੀਂ ਤਿਆਰ ਕਰਕੇ ਉਹਨਾਂ ਦੇ ਸਾਰਿਆਂ ਦੇ ਸਾਈਨ ਕਰਵਾ ਕੇ, ਤਾਂ ਕਿ ਥਰੂ ਪ੍ਰੋਪਰ ਚੈਨਲ ਅਸੀਂ ਉੱਥੇ ਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ। ਔਰ ਜਿੱਥੇ ਵੀ ਇਸ ਵੇਲੇ ਦਰਸ਼ਕ ਸੁਣ ਰਹੇ ਨੇ, ਵੀ ਤੁਸੀਂ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਜਿੱਥੇ ਵੀ ਤੁਸੀਂ ਆਪਣਾ ਵਿਰੋਧ ਦਰਜ ਕਰਵਾ ਸਕਦੇ ਹੋ ਕਰੋ, ਤੇ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੇ ਤੁਹਾਡੇ ਆਪਣੇ ਪਿੰਡਾਂ ਦੇ ਵਿੱਚ ਕਿਸਾਨ ਨੇ, ਜਿਹੜੇ ਬਾਹਰ ਬੈਠੇ ਨੇ, ਕਿਸੇ ਨੂੰ ਜ਼ਰੂਰਤ ਆ, ਉਹਨਾਂ ਦੇ ਨਾਲ ਆਪਾਂ ਖੜੀਏ। ਔਰ ਜੇ ਆਪਾਂ ਅੱਜ ਇਕੱਠੇ ਨਾ ਹੋਏ, ਹਰ ਇੱਕ ਬੰਦਾ, ਚਾਹੇ ਉਹ ਕਿਸਾਨ ਜਥੇਬੰਦੀਆਂ ਵਾਲੇ ਦੂਜੇ ਨੇ ਜੀ, ਸਾਰੇ ਇਹ ਗੱਲ ਕਹਿੰਦੇ ਨੇ ਵੀ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ, ਪਰ ਦੂਜੇ ਪਾਸੇ ਸ਼ਰਤ ਇਹ ਹੈ ਜੀ ਕਿ ਮੇਰੇ ਝੰਡੇ ਥੱਲੇ ਇਕੱਠੇ ਹੋ ਜਾਓ, ਮੈਂ ਦੂਜੇ ਥੱਲੇ ਨਹੀਂ ਹੋਣਾ। ਸੋ ਜਿਹੜੀ ਇਹ ਮਾਨਸਿਕਤਾ ਜੀ, ਇਸ ਨੂੰ ਜਿੰਨੇ ਪਾਸੇ ਨਾ ਰੱਖਿਆ ਉਹਨਾਂ ਚਿਰ ਗੱਲ ਬਣਨੀ ਨਹੀਂ। ਤੁਸੀਂ ਮੋਦੀ ਸਰਕਾਰ ਦੀ ਗੱਲ ਕੀਤੀ ਆ, ਉਹਨਾਂ ਦਾ ਰੈਕੋਰਡ ਰਿਹਾ ਕਿ ਹੁਣ ਤੱਕ ਜਿੰਨੇ ਵੀ ਬਿੱਲ ਪਾਸ ਕੀਤੇ ਨੇ ਕੋਈ ਵੀ ਵਾਪਸ ਨਹੀਂ ਲਿਆ। ਤੁਹਾਨੂੰ ਲੱਗਦਾ ਕਿ ਪੰਜਾਬ 'ਚ ਜਿਸ ਹੱਦ ਤੱਕ ਜਾਂ ਵਿਦੇਸ਼ਾਂ ਵਿੱਚ ਜਿਸ ਹੱਦ ਤੱਕ ਇਸ ਬਿੱਲ ਦੇ ਵਿਰੋਧ ਵਿੱਚ ਪ੍ਰੋਟੈਸਟ ਹੋ ਰਿਹਾ, ਸਰਕਾਰ ਵਾਪਸ ਲੈਣ ਜਾਂ ਅਮੈਂਡਮੈਂਟ ਕਰਨ ਦੇ ਵਿੱਚ ਰਾਜੀ ਹੋਊਗੀ? ਦੇਖੋ ਜੀ, ਉਹਨਾਂ ਦੇ ਕੋਲ ਵਾਸਟ ਮੈਜੋਰਿਟੀ ਹੈ ਜੀ। ਜਦੋਂ ਤੁਸੀਂ ਆਪਣੇ ਹੱਥ ਵੱਢ ਕੇ ਆਪ ਦਿੱਤੇ ਹੋਣ ਤੇ ਫਿਰ ਉਹ ਮਨਮਰਜ਼ੀ ਕਰ ਸਕਦੇ ਆ। ਦੂਜੀ ਚੀਜ਼ ਇਹ ਆ ਕਿ ਸਿਆਣੇ ਕਹਿੰਦੇ ਵੀ ਰੋਏ ਤੋਂ ਬਗੈਰ ਤਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ। ਆਪਣਾ ਵਿਰੋਧ ਜਿਹੜਾ ਉਹ ਜਤਾਉਣਾ ਬਣਦਾ। ਬਿੱਲ ਜਿਹੜਾ ਜੀ ਉਹ ਚਾਹੇ ਬਾਕੀ ਸਾਰੀ ਦੁਨੀਆ ਭਾਰਤ ਵਾਸਤੇ ਗੁੱਡ ਹੋਵੇ, ਖਾਸ ਕਰਕੇ ਪੰਜਾਬ, ਹਰਿਆਣਾ ਤੇ ਜਿਹੜਾ ਵੈਸਟਰਨ ਯੂਪੀ ਆ, ਜਿਸ ਢੰਗ ਦਾ ਮੰਡੀਕਰਨ ਸਿਸਟਮ ਜਾਂ ਜਿਸ ਢੰਗ ਦਾ ਫਸਲੀ ਚੱਕਰ ਦੇ ਵਿੱਚ ਆਪਾਂ ਇਹ ਤਿੰਨੇ ਸਟੇਟਾਂ ਨੇ, ਉਹਨਾਂ ਵਾਸਤੇ ਪੰਜਾਬ ਇਹ ਜਿਹੜਾ ਬਿੱਲ ਆ ਉਹ ਬਹੁਤ ਮਾਰੂ ਆ। ਔਰ ਜੇ ਅਸੀਂ ਇਹ 'ਤੇ ਨਾ ਬੋਲੇ, ਸਰਕਾਰਾਂ ਜਿਹੜੀਆਂ ਨੇ ਜੀ ਉਹ ਸਥਾਈ ਨਹੀਂ ਹੁੰਦੀਆਂ। 22 ਦੇ ਵਿੱਚ ਕੋਈ ਹੋਰ ਵੀ ਆ ਜਾਊ, ਹੋ ਸਕਦਾ ਕਿ ਸਾਨੂੰ 22 ਤੱਕ ਹੀ ਸੰਘਰਸ਼ ਜਿਹੜਾ ਜੀ ਉਹ ਜਾਰੀ ਰੱਖਣਾ ਹੋਵੇ। ਅਸੀਂ ਇਸੇ ਢੰਗ ਦੇ ਨਾਲ ਇੱਕ ਲੰਬੀ ਲੜਾਈ ਜਿਹੜੀ ਹੈ ਜੀ, ਜੇ ਅਸੀਂ ਬਚਾਉਣਾ ਹੈ ਜੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ, ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ, ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਦੇ ਨਾਲ ਬਣਾਇਆ, ਤੇ ਫਿਰ ਸਾਨੂੰ ਇਹ ਲੜਾਈ ਲੜਨੀ ਪੈਣੀ ਆ। ਬਿੱਲ ਵਾਪਸ ਲੈਣਾ ਜਾਂ ਨਹੀਂ ਲੈਣਾ ਉਹ ਬਾਅਦ 'ਚ ਦੇਖੀ ਜਾਊਗੀ, ਪਹਿਲਾਂ ਅਸੀਂ ਆਪਣੇ ਹਿੱਸੇ ਦਾ ਯੋਗਦਾਨ ਦੇ ਵਿੱਚ ਪਾਈਏ। ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖ ਰਹੇ ਨੇ? ਦੋਸਤੋ, ਆਪਾਂ ਹੱਥ 'ਤੇ ਹੱਥ ਰੱਖ ਕੇ ਨਹੀਂ ਸਰਨਾ। ਜਿਹੜੀਆਂ ਚਾਹੇ ਉਹ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਚਾਹੇ ਆਮ ਆਦਮੀ ਪਾਰਟੀ ਆ, ਸਿਆਸੀ ਲੋਕਾਂ ਨੇ ਆਪਣੀਆਂ ਸੀਟਾਂ, ਆਪਣੀਆਂ ਵੋਟਾਂ, ਆਪਣੀਆਂ ਕੁਰਸੀਆਂ ਦੇਖਣੀਆਂ ਹੁੰਦੀਆਂ। ਹੁਣ ਜਿਹੜੀ ਆ ਜੀ ਸਿੱਧਾ ਸਾਡੇ ਗਲੇ ਨੂੰ ਹੱਥ ਪਿਆ, ਚਾਹੇ ਆਪਾਂ ਇੱਥੇ ਬੈਠੇ ਆ, ਚਾਹੇ ਉੱਥੇ ਵਾਲੇ ਨੇ ਸਾਡੀਆਂ ਜ਼ਮੀਨਾਂ ਤੇ ਡਾਕਾ ਪੈਣ ਵਾਲਾ, ਇਸ ਡਾਕੇ ਤੋਂ ਬਚਾਈਏ ਔਰ ਪੰਜਾਬ ਫੋਨ ਕਰੀਏ, ਉਹਨਾਂ ਦਾ ਹੌਸਲਾ ਵਧਾਈਏ। ਜੇ ਮਦਦ ਚਾਹੀਦੀ ਹੈ ਉਹਨਾਂ ਨੂੰ, ਅਸੀਂ ਪਹਿਲਾਂ ਵੀ ਕਰਦੇ ਆਏ ਆ, ਹੁਣ ਵੀ ਮਦਦ ਕਰੀਏ। ਅੰਦੋਲਨ ਜਿਹੜੇ ਆ ਜੀ ਕਈ ਵਾਰੀ ਸਰਮਾਏ ਪੱਖੋਂ ਜਿਹੜਾ ਜੀ ਉਹ ਡਾਵਾਡੋਲ ਹੋ ਜਾਂਦੇ ਆ, ਅਸੀਂ ਉਹਨਾਂ ਨੂੰ ਕਿਸੇ ਤਰੀਕੇ ਦੀ ਥੋੜ ਨਾ ਰਹਿਣ ਦਈਏ। ਔਰ ਇਸ ਜਿਹੜਾ ਅੰਦੋਲਨ ਜਿਹਦੇ ਵਿੱਚ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਣਾ ਤੇ ਹਰ ਵਰਗ ਹਿੱਸਾ ਵੀ ਲੈ ਰਿਹਾ, ਨੌਜਵਾਨ ਵੀ ਹਿੱਸਾ ਲੈ ਰਹੇ ਨੇ, ਜਿਹਦੇ 'ਚ ਬਜ਼ੁਰਗ ਵੀ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ। ਸੋ ਅਸੀਂ ਇਹਨੂੰ, ਸਾਡੀ ਜਿਹੜੀ ਲੀਡਰਸ਼ਿਪ ਆ ਜੀ, ਕਦੇ ਲੋਕਾਂ ਵੱਲੋਂ ਕਦੇ ਵੀ ਘਾਟਾ ਨਹੀਂ ਰਿਹਾ ਯੋਗਦਾਨ ਪਾਉਣ ਦਾ। ਲੋਕੀ ਹਮੇਸ਼ਾ ਹੀ ਅੰਦੋਲਨ ਜਿਹੜਾ ਪੀਕ ਤੇ ਲਿਜਾਂਦੇ ਰਹੇ ਨੇ, ਪਰ ਜਿਹੜੇ ਕੁਝ ਕੁ ਟੂਲ ਨੇ ਸਰਕਾਰ ਦੇ, ਚਾਹੇ ਉਹਨਾਂ ਦੇ ਮਖੌਟੇ ਜਿਹੜੇ ਮਰਜ਼ੀ ਹੋਣ, ਉਹ ਹਮੇਸ਼ਾ ਹੀ, ਜਾਂ ਫਿਰ ਕਈ ਵਾਰੀ ਕਿਸਾਨ ਲੀਡਰ ਵੀ ਇਹੋ ਜਿਹੇ ਹੁੰਦੇ ਨੇ ਜੀ ਜਿਹੜੇ ਤੁਹਾਨੂੰ ਵੇਚ ਕੇ ਪਰਾਂ ਜਾਂਦੇ ਨੇ। ਬਸਾਈਡ ਜਿਹੜੇ ਸਾਰੀਆਂ ਚੀਜ਼ਾਂ ਦਾ ਖਿਆਲ 'ਚ ਰੱਖਦੇ ਹੋਏ ਹੱਠ ਨਹੀਂ ਛੱਡਣਾ। ਹੱਠ ਦੇ ਨਾਲ ਖਾਸ ਕਰਕੇ ਪੰਜਾਬੀਆਂ ਦਾ ਤੇ ਇਤਿਹਾਸ ਹੀ ਇਹੋ ਜਿਹਾ ਰਿਹਾ ਜੀ। ਔਰ ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਇੱਕ ਮੁਹਿੰਮ ਹੋਰ ਸਹੀ, ਪਰ ਭਾਈ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਬੈਠੇ ਦੇਖਦੇ ਨੇ ਜੀ, ਅਸੀਂ ਬਾਹਰਲੇ ਜਿਹੜੇ ਆ ਜੀ ਤੁਹਾਡੇ ਨਾਲ ਆ, ਹਰ ਹਾਲਤ ਨਾਲ ਆ। ਔਰ ਜਦੋਂ ਤੱਕ ਸਾਥ ਚੱਲਦੇ ਉਦੋਂ ਨਾਲ ਹੋਵਾਂਗੇ, ਹਰ ਤਰੀਕੇ ਨਾਲ ਹੋਵਾਂਗੇ। ਗਰਾਊਂਡ 'ਤੇ ਲੜਾਈ ਜਿਹੜੀ ਆ ਜੀ ਉਹ ਤੁਸੀਂ ਲੜਨੀ ਆ। ਬਾਕੀ ਜੇ ਕੋਈ ਲੋੜਵੰਦ ਆ, ਕਿਤੇ ਤੁਸੀਂ ਮਾੜਾ ਜਿਹੀ ਆਵਾਜ਼ ਮਾਰ ਕੇ ਦੇਖਿਓ ਬਾਹਰ ਵਾਲੇ ਪੰਜਾਬੀ ਜਿਹੜੇ ਆ ਉਹ ਕਿੱਦਾਂ ਤੁਹਾਨੂੰ ਹੌਸਲਾ ਦਿੰਦੇ ਤੇ ਕਿੱਦਾਂ ਤੁਹਾਡੇ ਨਾਲ ਖੜਦੇ। ਸੋ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਜੀ। ਸੋ ਇਹ ਸੀ ਜੀ ਐਨਆਰਆਈਜ਼ ਦਾ ਪ੍ਰੋਟੈਸਟ, ਐਨਆਰਆਈਜ਼ ਦਾ ਗੁੱਸਾ ਭਾਰਤ ਸਰਕਾਰ ਦੇ ਖਿਲਾਫ। ਸੋ ਭਾਰਤ ਸਰਕਾਰ ਦੇ ਵੀ ਕੰਨਾਂ ਤੱਕ ਇਹ ਆਵਾਜ਼ ਪਹੁੰਚ ਜਾਣੀ ਚਾਹੀਦੀ ਹੈ, ਭਾਵੇਂ ਕਿ ਇਸ ਵਕਤ ਐਨਆਰਆਈਜ਼ ਵਿਦੇਸ਼ਾਂ ਵਿੱਚ ਬੈਠੇ ਨੇ, ਪਰ ਆਪਣੀ ਧਰਤੀ ਨੂੰ, ਆਪਣੀ ਕਿਸਾਨੀ ਨੂੰ, ਆਪਣੇ ਕਿਸਾਨ ਭਾਈਚਾਰੇ ਨੂੰ ਬਚਾਉਣ ਲਈ ਉਹ ਅੱਜ ਵੀ ਤਿਆਰ ਬਰ ਤਿਆਰ ਨੇ। ਸੋ ਇਸ ਵਕਤ ਜਿਹੜੇ ਪੰਜਾਬ ਵਿੱਚ ਬੈਠੇ ਕਿਸਾਨ ਵੀਰ ਵੀ ਦੇਖ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਐਨਆਰਆਈਜ਼ ਵੀ ਉਹਨਾਂ ਦੀ ਸਪੋਰਟ ਵਿੱਚ ਬਿਲਕੁਲ ਅੱਗੇ ਆ ਚੁੱਕੇ ਨੇ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ ਵੱਲੋਂ ਵੀ ਪੂਰੀ ਸਪੋਰਟ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਪੱਖ ਦੇ ਵਿੱਚ। ਇਸ ਦੇ ਨਾਲ ਹੀ ਕੈਮਰਾਮੈਨ ਹਰਸ਼ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।
ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।